सत श्री अकाल विद्यार्थियों, अचीवर्स अकैडमी के यूट्यूब चैनल से तुहाडा स्वागत है। मैं गुरलाल सिंह मान, पंजाबी फैकल्टी। विद्यार्थी तुहानूं पता ही है कि पिछले महीने एजुकेशन डिपार्टमेंट चंडीगढ़ एडमिनिस्ट्रेशन ने JBT ते TGT स्पैशल एजुकेटर दी पोस्टां कढ़ियां सी, जिन्हां दे फार्म भरे जा रहे हैं। जिहड़े विद्यार्थी B.Ed विद स्पैशल एजुकेशन ने वो ये पोस्ट भर सकते हैं ਤੇ बहुत सारे विद्यार्थी ਜਿਹੜੇ ਉਹ ਅਚੀਵਰਸ ਅਕੈਡਮੀ ਦੇ ਬੈਚ ਦੇ ਵਿੱਚ ਐਨਰੋਲ ਹੋ ਕੇ ਆਪਣੀ ਤਿਆਰੀ ਕਰ ਰਹੇ ਆ। ਜਦ ਅਸੀਂ ਇਹਦਾ ਸਿਲੇਬਸ ਵੇਖਦੇ ਹੈਗੇ ਆ ਤਾਂ ਇਹਦੇ ਸਿਲੇਬਸ ਦੇ ਵਿੱਚ ਤੁਸੀਂ ਦੇਖੋ ਕਿ ਤਕਰੀਬਨ 7 ਹਿੱਸੇ ਸਿਲੇਬਸ ਦੇ ਡਿਜ਼ਾਈਨ ਕੀਤੇ ਹੋਏ ਨੇ। 150 ਨੰਬਰ ਦਾ ਇਹ ਪੇਪਰ ਆਉਣਾ, ਜਿਹਦੇ ਵਿੱਚ ਜਰਨਲ ਅਵੇਅਰਨੈਸ, ਟੀਚਿੰਗ ਐਪਟੀਟਿਊਡ, ਇਨਫੋਰਮੇਸ਼ਨ ਟੈਕਨੋਲੋਜੀ ICT ਜਿਹਨੂੰ ਬੋਲਦੇ ਆ, ਹਿੰਦੀ ਲੈਂਗੁਏਜ, ਪੰਜਾਬੀ, ਇੰਗਲਿਸ਼ ਤੇ ਕੁਐਸਚਨ ਰਿਲੇਟਡ ਟੂ ਸਪੈਸ਼ਲ ਐਜੂਕੇਸ਼ਨ। ਲਗਭਗ ਬਾਕੀ ਸਾਰੇ ਵਿਦਿਆਰਥੀ ਬਾਕੀ ਸਾਰੇ ਵਿਸ਼ਿਆਂ ਦੀ ਜਿਹੜੀ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਡੇ ਜੋ ਬਹੁਤ ਸਾਰੇ ਵਿਦਿਆਰਥੀਆਂ ਦੀ ਜਿਹੜੀ ਇੱਛਾ ਸੀ, ਮੰਗ ਸੀ ਕਿ ਜਿਹੜਾ ਪੰਜਾਬੀ ਸਬਜੈਕਟ ਹੈ ਸਾਨੂੰ ਉਹਦੀ ਵੀ ਤਿਆਰੀ ਕਰਾਈ ਜਾਵੇ, ਕਿਉਂਕਿ ਪੰਜਾਬੀ ਦੇ ਵੀ ਤੁਹਾਡੇ ਪੇਪਰ ਦੇ ਵਿੱਚ 10 ਸਵਾਲ ਆਉਣੇ। ਦੇਖੋ 5 ਨੰਬਰ ਪੁਆਇੰਟ ਤੁਸੀਂ ਦੇਖੋ, ਨੌਲੇਜ ਆਫ ਪੰਜਾਬੀ ਲੈਂਗੁਏਜ, ਠੀਕ ਹੈ, 10 ਕੁਐਸਚਨ। ਤਾਂ ਇਹ 10 ਕੁਐਸਚਨ ਜਿਹੜੇ ਹੈਗੇ ਨੇ ਬਹੁਤ ਹੀ ਮਾਇਨੇ ਰੱਖਦੇ ਆ, ਕਿਉਂਕਿ ਮੈਰਿਟ ਦੇ ਵਿੱਚ ਤੁਹਾਨੂੰ ਇਹ 10 ਕੁਐਸਚਨ ਲੈ ਕੇ ਜਾ ਸਕਦੇ ਆ ਜੇ ਤੁਸੀਂ ਇਹਨਾਂ ਪ੍ਰਸ਼ਨਾਂ ਤੇ ਧਿਆਨ ਦਿਓ, ਚੰਗੀ ਤਰ੍ਹਾਂ ਇਹਨਾਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰੋ। ਖਾਸ ਕਰੋ ਵਿਦਿਆਰਥੀ ਜਿਹੜੇ ਹਰਿਆਣੇ ਤੋਂ ਨੇ, ਜਿਨ੍ਹਾਂ ਦੀ ਪੰਜਾਬੀ ਬੈਕਗ੍ਰਾਉਂਡ ਨਹੀਂ ਹੈਗੀ, ਜਿਨ੍ਹਾਂ ਨੂੰ ਇਹ ਹੈਗਾ ਕਿ ਇਹ ਤਾਂ ਉਹ ਸਵਾਲ ਨੇ ਜਿਹੜੇ ਸਾਨੂੰ ਆਉਣੇ ਹੀ ਨਹੀਂ, ਤਾਂ ਉਹ ਬਿਲਕੁਲ ਇਸ ਤਰ੍ਹਾਂ ਦੀ ਮਨ ਦੇ ਵਿੱਚੋਂ ਜਿਹੜਾ ਖਿਆਲ ਕੱਢ ਦੇਣ। ਆਪਾਂ ਇਸ ਦੇ ਸੰਬੰਧੀ ਕਲਾਸਾਂ ਲਾਉਣ ਜਾ ਰਹੇ ਹਾਂ ਤੇ ਤੁਹਾਡੇ 10 ਕੁਐਸਚਨ ਆਪਾਂ ਲਾਜ਼ਮੀ ਤੌਰ ਤੇ ਬੜੇ ਸੌਖੇ ਤਰੀਕੇ ਨਾਲ ਤਿਆਰ ਕਰਾਂਗੇ, ਕਿਉਂਕਿ ਇਹ ਜਿਹੜੇ 10 ਸਵਾਲ ਨੇ ਇਹ ਬੇਸਿਕ ਜਿਹੜੀ ਗ੍ਰਾਮਰ ਹੈਗੀ ਹੈ, ਪੰਜਾਬੀ ਵਿਆਕਰਨ ਹੈ, ਉਹਦੇ ਵਿੱਚੋਂ ਹੀ ਸਵਾਲ ਪੁੱਛੇ ਜਾਂਦੇ, ਚਾਹੇ ਉਹ ਨਾਮ ਪੜਨਾਮ ਬਾਰੇ, ਚਾਹੇ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਬਾਰੇ, ਠੀਕ ਹੈ, ਚਾਹੇ ਉਹ ਸਮਾਨਾਰਥੀ ਵਿਰੋਧੀ ਬਾਰੇ, ਕੋਈ ਖਾਣ ਮੁਹਾਵਰਾ ਇਸ ਤਰ੍ਹਾਂ ਦਾ। ਜੇ ਤੁਸੀਂ ਹਿੰਦੀ ਭਾਸ਼ਾ ਦੀ ਵਿਆਕਰਨ ਵੀ ਚੰਗੀ ਤਰ੍ਹਾਂ ਪੜ੍ਹੀ ਹੋਈ ਆ ਤਾਂ ਵੀ ਤੁਸੀਂ ਜਿਹੜੀ ਆ ਪੰਜਾਬੀ ਵਿਆਕਰਨ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤਾਂ ਮੈਂ ਤੁਹਾਡੇ ਨਾਲ ਇੱਕ ਪੇਪਰ ਜਿਹੜਾ ਸਪੈਸ਼ਲ ਐਜੂਕੇਟਰ ਦਾ ਪੇਪਰ ਹੋਇਆ ਸੀ ਪਹਿਲਾਂ, ਚੰਡੀਗੜ੍ਹ ਗਵਰਨਮੈਂਟ ਵੱਲੋਂ ਹੀ ਲਿਆ ਗਿਆ ਸੀ, ਉਹਦੇ ਕੁਝ ਸਵਾਲ ਜਿਹੜੇ ਨੇ ਉਹ ਪੰਜਾਬੀ ਦੇ ਸਵਾਲ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਣਾ। ਇਹ ਦੇਖੋ ਜਿਹੜਾ ਪੇਪਰ ਤੁਸੀਂ ਦੇਖ ਰਹੇ ਹੋ, ਇਹ ਸੈਟ D ਪੇਪਰ ਹੈਗਾ, ਜਿਹਦੇ ਵਿੱਚ ਪੰਜਾਬੀ ਦੇ 10 ਸਵਾਲ ਆਏ ਸੀਗੇ। ਆਪਾਂ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਸਵਾਲ ਸੀ ਤੇ ਕਿਸ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਸਾਡੇ ਪੇਪਰ ਦੇ ਵਿੱਚ ਆ ਸਕਦੇ ਆ। ਹਾਂਜੀ, ਤਾਂ ਦੇਖੋ ਇੱਥੇ 141 ਨੰਬਰ ਤੋਂ ਲੈ ਕੇ 150 ਨੰਬਰ ਤੱਕ ਤਕਰੀਬਨ ਜਿਹੜੇ 10 ਜਿਹੜੇ ਨੇ ਸਵਾਲ ਉਹ ਪੰਜਾਬੀ ਦੇ ਨੇ, ਜਿਹਦੇ ਵਿੱਚ ਸਾਰੇ ਦੇ ਸਾਰੇ ਸਵਾਲ ਜਿਹੜੇ ਉਹ ਪੰਜਾਬੀ ਵਿਆਕਰਨ ਦੇ ਨੇ ਤੇ ਅਖਾਣ ਜਾਂ ਮੁਹਾਵਰੇ ਦੇ ਵਿੱਚੋਂ ਸਵਾਲ ਪਾਏ ਹੋਏ। 141 ਨੰਬਰ ਸਵਾਲ ਦੇਖੀਏ ਤਾਂ 141 ਨੰਬਰ ਸਵਾਲ ਦੇ ਵਿੱਚ ਪੁੱਛਿਆ ਗਿਆ ਕਿ ਜਿਹੜਾ ਪਤੰਗ ਸ਼ਬਦ ਹੈ, ਪਤੰਗ, ਉਹ ਕਿਸ ਦਾ ਸਮਾਨਾਰਥੀ ਨਹੀਂ ਹੈਗਾ, ਠੀਕ ਹੈ। ਹਾਂਜੀ, ਮਤਲਬ ਕਿ ਅਸੀਂ 3 ਗਲਤ ਜਵਾਬ, ਇੱਕ ਗਲਤ ਜਵਾਬ ਕੱਟਣਾ ਤੇ 3 ਸਹੀ ਚੂਜ਼ ਕਰਨੇ ਆ। ਮਤਲਬ 3 ਸ਼ਬਦ ਉਹ ਹੋਣਗੇ ਜਿਹੜੇ ਪਤੰਗ ਦੇ ਸਮਾਨਾਰਥੀ ਹੋਣਗੇ। ਪਹਿਲਾ ਜਵਾਬ ਹੈਗਾ A, ਦਰਵਾਜ਼ੇ ਦੀ ਕੁੰਡੀ, ਦੂਸਰਾ ਹੈ ਪਰਵਾਨਾ, ਤੀਸਰਾ ਹੈ ਗੁੱਡੀ, ਚੌਥਾ ਹੈ ਭਮੱਕੜ। ਦੇਖੋ ਜਿਹੜੇ ਪਿਛਲੇ 3 ਜਵਾਬ ਨੇ, ਪਰਵਾਨਾ, ਗੁੱਡੀ ਤੇ ਭਮੱਕੜ, ਇਹ ਪਤੰਗ ਦੇ ਹੀ ਸਮਾਨਾਰਥਕ ਨੇ, ਕਿਉਂਕਿ ਪਰਵਾਨਾ ਵੀ ਇੱਕ ਕੀਟ ਹੁੰਦਾ, ਠੀਕ ਆ। ਗੁੱਡੀ ਅਸਲ 'ਚ ਅਸੀਂ ਪਤੰਗ ਨੂੰ ਬੋਲ ਦਿੰਦੇ ਆ, ਜਾਂ ਬਹੁਤ ਮਾਝੇ ਦੇ ਵਿੱਚ ਦੁਆਬੇ 'ਚ ਉਹਨੂੰ ਗੁੱਡਾ ਵੀ ਬੋਲ ਦਿੰਦੇ ਨੇ, ਕਾਈਟ ਬੋਲ ਦਿੰਦੇ ਬੱਚੇ। ਭਮੱਕੜ ਅਕਸਰ ਜਿਹੜੇ ਕੀੜੇ ਮਕੌੜੇ ਜਦ ਬਾਰਿਸ਼ ਪੈਂਦੀ ਹੈ ਬਲਬ ਦੇ ਆਲੇ ਦੁਆਲੇ ਘੁੰਮਦੇ ਆ, ਠੀਕ ਆ। ਤਾਂ ਇਹ ਤਿੰਨੇ ਜਿਹੜੇ ਨੇ ਉਹ ਪਤੰਗ ਦੇ ਸਮਾਨਾਰਥੀ ਹੈ। ਪਰ ਜਿਹੜਾ ਇਹਦੇ 'ਚ ਜਵਾਬ ਹੈਗਾ ਦਰਵਾਜ਼ੇ ਦੀ ਕੁੰਡੀ, ਇਹਦਾ ਪਤੰਗ ਸ਼ਬਦ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤਾਂ ਇਹਦਾ ਸਹੀ ਜਵਾਬ ਹੋਣਾ ਦਰਵਾਜ਼ੇ ਦੀ ਕੁੰਡੀ। ਤਾਂ ਅਸੀਂ ਸਿਰਫ ਜਦੋਂ ਇਸ ਤਰ੍ਹਾਂ ਦਾ ਸਵਾਲ ਹੁੰਦਾ ਨਾ ਵਿਦਿਆਰਥੀਓ, ਅਸੀਂ ਸਿਰਫ ਉਦੋਂ ਇਹੀ ਨਹੀਂ ਵੇਖਣਾ ਹੁੰਦਾ ਕਿ ਇਹਦੇ 'ਚ ਗਲਤ ਕਿਹੜਾ, ਜਿਹਦੇ 'ਚ ਸਹੀ ਕਿਹੜਾ। ਅਸੀਂ ਬਾਕੀ 3 ਜਿਹੜੀਆਂ ਆਪਸ਼ਨਾਂ ਹੈਗੀਆਂ ਉਹਨਾਂ ਤੇ ਵੀ ਜ਼ੋਰ ਦੇਣਾ ਹੁੰਦਾ ਕਿ ਕੀ ਪਰਵਾਨੇ ਦਾ ਸੰਬੰਧ ਹੈ, ਕੀ ਗੁੱਡੀ ਦਾ ਹੈ, ਕੀ ਭਮੱਕੜ ਦਾ ਹੈ, ਠੀਕ ਹੈ। ਇਸ ਤਰ੍ਹਾਂ ਦੇ ਨਾਲ ਵੀ ਸਵਾਲ ਜਿਹੜੇ ਉਹ ਠੀਕ ਹੋ ਜਾਂਦੇ ਆ।
ਉਸ ਤੋਂ ਬਾਅਦ ਅਗਲਾ ਸਵਾਲ ਹੈਗਾ, ਇਹਨਾਂ ਵਿੱਚੋਂ ਕਿਹੜਾ ਸ਼ਬਦ ਅਗੇਤਰ ਨਾਲ ਸੰਬੰਧਿਤ ਨਹੀਂ। ਦੇਖੋ ਇਹ ਸ਼ਬਦ ਰਚਨਾ ਦੇ ਵਿੱਚੋਂ ਸਵਾਲ ਪਾਇਆ ਗਿਆ। ਠੀਕ ਹੈ, ਮੈਂ ਤੁਹਾਨੂੰ ਕੁਝ ਟੌਪਿਕ ਜਿਹੜੇ ਹੈਗੇ ਉਹ ਦਿਖਾਉਣਾ ਚਾਹਣਾ। ਤੇ हाँ आ देखो, शब्द की रचना होंगी, एक मूल शब्द होंदा, एक रचित शब्द होंदा, एक समासी होंदा, फिर उत्पन्न होंदा जिहदे विच अगेतर ते पिछेतर आउंदे ने। ठीक है, इहदे विच अगेतर ते पिछेतर दा सवाल पुछया गया, दा मतलब उत्पन्न शब्द दा हिस्सा, उत्पन्न तो बाद रचित दा। इहदा मतलब असीं मूल शब्द की सहायता दे नाल लभण दी कोशिश करांगे कि इहदे विच अगेतर किहड़े शब्द दे विच अगेतर लग्या होया है जां किहड़े शब्द दे विच अगेतर नहीं लग्या होया। देखो पहला शब्द हैगा असहज। ठीक है, मैं ਤੁਹਾਨੂੰ थोड़ा इहनूं लिख के दिखाउणा चाहुंदा ताकि ਤੁਹਾਨੂੰ कुछ क्लैरिटी ਇਹਦੇ ਬਾਰੇ हो जाए। हाँ जी, देखो असहज लिखा होया ਤਾਂ ਇਹਦੇ ਵਿੱਚ ਦੋ ਸ਼ਬਦ ਨੇ, ਇੱਕ ਪਲੱਸ ਸਹਿਜ। ਮਤਲਬ ਕਿ ਇਹਦੇ ਵਿੱਚ ਮੂਲ ਸ਼ਬਦ ਕਿਹੜਾ ਹੈਗਾ, ਸਹਿਜ। ਇਹਦੇ ਵਿੱਚ ਮੂਲ ਸ਼ਬਦ ਹੈ ਸਹਿਜ। ਅੱਗੇ ਸ਼ਬਦ ਹੈਗਾ ਸਾਡੇ ਕੋਲੇ ਅਪਾਹਜ। ਅਪਾਹਜ ਦੇ ਵਿੱਚ ਕੋਈ ਵੀ ਮੂਲ ਸ਼ਬਦ ਨਹੀਂ ਸਾਨੂੰ ਲੱਭਦਾ ਪਿਆ। ਅਪਾਹਜ ਆਪਣੇ ਆਪ ਦੇ ਵਿੱਚ ਇੱਕ ਪੂਰਾ ਸ਼ਬਦ ਹੈ, क्योंकि ਇਹਦੇ ਵਿੱਚੋਂ ਕੋਈ ਅਸੀਂ ਹਿੱਸਾ ਨਹੀਂ ਨਿਖੇੜ ਸਕਦੇ ਜਿਹਦਾ ਕੋਈ ਅਰਥ ਹੋਵੇ। ਇਸੇ ਤਰ੍ਹਾਂ ਅਕਹਿ ਸ਼ਬਦ ਹੈ, ਇਹਦੇ ਵਿੱਚ ਸਾਨੂੰ ਮੂਲ ਸ਼ਬਦ ਲੱਭਦਾ ਪਿਆ ਜਿਹੜਾ ਹੈਗਾ ਕਹਿ। ਇਸੇ ਤਰ੍ਹਾਂ ਅਟਲ ਸ਼ਬਦ ਹੈ, ਇਹਦੇ ਵਿੱਚੋਂ ਸਾਨੂੰ ਮੂਲ ਸ਼ਬਦ ਲੱਭਦਾ ਪਿਆ ਟਲ, ਜਿਹਨੂੰ ਅਸੀਂ ਕਹਿੰਦੇ ਆ ਪਰਮਾਨੈਂਟ। ਟਲ ਮਤਲਬ ਜਿਹੜੀ ਚੀਜ਼, ਅਟਲ ਮਤਲਬ ਜਿਹੜੀ ਚੀਜ਼ ਪਰਮਾਨੈਂਟ ਹੁੰਦੀ ਹੈ, ਜਿਹੜੀ ਪੱਕੀ ਹੁੰਦੀ ਹੈ। ਟਲ ਮਤਲਬ ਟਲ ਜਾਣਾ, ਖਤਮ ਹੋ ਜਾਣਾ। ਹੁਣ ਦੇਖੋ ਇਹਦਾ ਤਰੀਕਾ ਕੀ ਹੁੰਦਾ ਅਗੇਤਰ ਤੇ ਪਿਛੇਤਰ ਲੱਭਣ ਦਾ। ਅਕਸਰ ਅਸੀਂ ਕੀ ਦੇਖਦੇ ਹੁੰਨੇ ਆ ਕਿ ਨਾ ਅਸੀਂ ਪਿੱਛੇ ਜਾਂ ਅੱਗੇ ਜੋ ਲੱਗਿਆ ਉਹਨੂੰ ਵੇਖਣ ਲੱਗ ਜਾਂਦੇ ਨੇ। ਇਹਦੇ ਵਿੱਚ ਸਹੀ ਤਰੀਕਾ ਹੁੰਦਾ ਕਿ ਤੁਸੀਂ ਮੂਲ ਸ਼ਬਦ ਲੱਭੋ। ਮੂਲ ਸ਼ਬਦ ਉਹ ਹੁੰਦਾ ਜਿਹਦਾ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਮਤਲਬ ਹੋਵੇ, ਕੋਈ ਛੋਟਾ ਹਿੱਸਾ। ਕਿ ਅਸੀਂ ਕਿਸੇ ਸ਼ਬਦ ਦੇ ਵਿੱਚੋਂ ਕਿਸੇ ਛੋਟੇ ਹਿੱਸੇ ਨੂੰ ਬਾਹਰ ਕੱਢ ਸਕਦੇ ਹਾਂ। ਜਿਵੇਂ ਅਸਹਿਜ ਦੇ ਵਿੱਚੋਂ ਅਸੀਂ ਸਹਿਜ ਜਿਹੜਾ ਹਿੱਸਾ ਇਹਨੂੰ ਬਾਹਰ ਕੱਢ ਸਕਦੇ ਹਾਂ, ਕਿਉਂਕਿ ਸਹਿਜ ਦਾ ਆਪਣੇ ਆਪ ਦੇ ਵਿੱਚ ਕੋਈ ਅਰਥ ਹੈ पर अ का कोई अर्थ नहीं है। ठीक है, मतलब अ इत्थे अगेतर है। अगेतर पिछेतर का कदे भी स्वतंत्र अर्थ नहीं हुंदा। अगेतर ते पिछेतर मूल शब्द दे नाल लग के ही अर्थ लेंदे हुंदे आ। मतलब कि मूल शब्द ओ इकाई हुंदी है जिहदा कोई ना कोई अर्थ होवे। जिवें सहज का अर्थ हैगा पर अ का कोई अर्थ नहीं है। इसे तरह इहदे विच कह जिहड़ा हैगा शब्द मूल शब्द है। ठीक है, कह दा मतलब कहना, पर अ लग गया अगेतरे बन गया अकह, जिहड़ी गल कही ना जा सके। इस तरह अटल दे विचों जिहड़ा टल हैगा, टल जाना, खत्म हो जाना, विसर जाना। ठीक है, ये मूल शब्द है, इहदा साडे कोल कोई ना कोई अर्थ मिलदा है। पर जदों अ लग जांदी हो जांदी कि जिहड़ी चीज परमानेंट हो जांदी है। पर जदों तुसीं अपाहज शब्द देखदे हो ना तां इहदे सानूं किते भी अजिहा छोटा हिस्सा लभदा ही नहीं है ਜਿਹਨੂੰ ਅਸੀਂ ਬਾਹਰ ਕੱਢ ਸਕੀਏ। ਜੇ ਤੁਸੀਂ ਅ ਹਟਾਓਗੇ ਤਾਂ ਪਾਹਜ ਬਣ ਜੂਗਾ ਜਿਹਦਾ ਕੋਈ ਅਰਥ ਨਹੀਂ ਬਣੂਗਾ। ਇਸ ਕਰਕੇ ਜਿਹੜਾ ਇਹਦੇ ਚ ਅ ਲੱਗਿਆ ਹੋਇਆ ਇਹਦਾ ਅਗੇਤਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਮਤਲਬ ਇਹ ਜਿਹੜਾ ਅ ਆ ਇਹ ਅਗੇਤਰ ਨਹੀਂ ਹੈ। ਅਸਹਿਜ ਵੀ ਦੇ ਵਿੱਚ ਵੀ ਅ ਅਗੇਤਰ ਹੈ, ਅਕਹਿ ਚ ਵੀ ਅ ਅਗੇਤਰ, ਅਟਲ ਦੇ ਵਿੱਚ ਵੀ ਅ ਅਗੇਤਰ ਹੈ। ਤਾਂ ਇਹਦਾ ਜਵਾਬ ਸੀ 142 ਦਾ ਬੀ। फिर आगे उस तो बाद सवाल जथा शब्द किस श्रेणी नाल संबंधित है। बड़ा आसान ते सीधा जिहा सवाल है। देखो असी नाम दी किस्मां करते हैं कि नाम वो शब्द हुंदा जिहदे राहीं असी किसी नूं संबोधन हुंदे हैं, किसी वस्तु नूं, किसी जीव नूं, किसी परजीव नूं। ਉਹਦੀਆਂ ਅੱਗੇ ਕਿਸਮਾਂ ਕਰਦੇ ਆ। ठीक है, आम नाम, खास नाम, जातिवाचक, भावनावाचक, इकट्ठवाचक नाम। ਹੁਣ ਉਸ ਆਧਾਰ ਤੇ ਅਸੀਂ ਜਿਹੜਾ ਜਵਾਬ ਦਈਏ ਤਾਂ ਜਥਾ ਜਿਹੜਾ ਸ਼ਬਦ ਆ ਨਾ ਉਹ ਆਪਣੇ ਆਪ ਦੇ ਵਿੱਚ ਇੱਕ ਇਕੱਠ ਨੂੰ ਰਿਪਰੈਜ਼ੈਂਟ ਕਰਦਾ, ਇੱਕ ਜ਼ਿਆਦਾ ਗਿਣਤੀ ਨੂੰ ਰਿਪਰੈਜ਼ੈਂਟ ਕਰਦਾ। ਮੈਂ ਬੋਲਦਾ ਜਥੇਬੰਦੀ, ਧਰਨਾ, ਮੁਜ਼ਾਹਰਾ, ਕਲਾਸ, ਟੋਲੀ, ਸ਼੍ਰੇਣੀ,
फौज पुलिस, ਤਾਂ ਜਦੋਂ ਵੀ ਫੌਜ ਜਾਂ ਪੁਲਿਸ ਬੋਲੋਗੇ ਇੱਕ ਬੰਦਾ ਤੁਹਾਡੇ ਦਿਮਾਗ 'ਚ ਨਹੀਂ ਆਊਗਾ, ਕਿੰਨੇ ਹੀ ਫੌਜੀ ਕਿੰਨੇ ਹੀ ਪੁਲਿਸ ਵਾਲੇ ਦਿਮਾਗ ਦੇ ਵਿੱਚ ਆਉਣਗੇ। ਜਥਾ ਸ਼ਬਦ ਬੋਲੋਗੇ ਤਾਂ ਕਿੰਨੇ ਹੀ ਵਿਅਕਤੀਆਂ ਦਾ ਸਮੂਹ ਤੁਹਾਡੇ ਦਿਮਾਗ ਦੇ ਵਿੱਚ ਆਊਗਾ। ਇਸ ਕਰਕੇ ਜਿਹੜਾ ਜਥਾ ਸ਼ਬਦ ਹੈ ਉਹ ਇਕੱਠਵਾਚਕ ਜਿਹੜੀ ਸ਼੍ਰੇਣੀ ਹੈ ਉਹਦਾ ਸ਼ਬਦ ਹੈਗਾ ਇਕੱਠਵਾਚਕ, ਜਿਹਨੂੰ ਅਸੀਂ ਸਮੂਹਵਾਚਕ ਨਾਮ ਵੀ ਕਹਿ ਦਿੰਦੇ ਹਾਂ। ਵਸਤੂਵਾਚਕ ਦੇ ਵਿੱਚ ਵਸਤੂਆਂ ਆਉਂਦੀਆਂ ਨੇ, ਜਿੱਦਾਂ ਲੱਕੜ ਹੋ ਗਈ, ਸੋਨਾ ਹੋ ਗਿਆ, ਤੇਲ ਹੋ ਗਿਆ। ਨਿਜਵਾਚਕ ਦੇ ਵਿੱਚ ਹੁੰਦੇ ਨੇ ਅਸੀਂ ਸਾਡੇ ਖਾਸ ਨਾਮ, ਠੀਕ ਹੈ। ਮੈਂ ਕਹਿੰਦੇ ਆ ਜਿਹੜਾ ਰਾਜ ਉਹ ਆਮ ਨਾਮ ਆ, ਜਿਵੇਂ ਕਹਿੰਦਾ ਹਰਿਆਣਾ ਰਾਜ, ਤਾਂ ਹਰਿਆਣਾ ਜਿਹੜਾ ਹੈਗਾ ਉਹ ਨਿਜਵਾਚਕ ਜਾਂ ਕਹਿ ਦਈਏ ਉਹਨੂੰ ਅਸੀਂ ਖਾਸ ਨਾਮ ਵੀ ਕਹਿ ਦਿੰਦੇ ਆ, ਠੀਕ ਹੈ। ਤੇ ਅੱਗੇ ਭਾਵਵਾਚਕ ਨਾਮ ਜਿਹੜੇ ਇਮੋਸ਼ਨ ਦੀ ਗੱਲ ਹੁੰਦੀ ਹੈ, ਪਿਆਰ, ਗਮੀ, ਸਰਦੀ, ਖੁਸ਼ੀ, ਬੁਢਾਪਾ, ਬਚਪਨ, ਇਹ ਸਾਰੇ ਇਮੋਸ਼ਨ ਵਾਲੇ ਜਿਹੜੇ ਭਾਵਵਾਚਕ ਨਾਮ ਹੁੰਦੇ। ਤਾਂ 143 ਦਾ ਜਵਾਬ ਹੋਣਾ ਸੀ ਸੀ। ਹੁਣ ਅੱਗੇ ਦੇਖੋ 144 ਨੰਬਰ ਸਵਾਲ। 144 ਨੰਬਰ ਸਵਾਲ ਹੈਗਾ ਕਿ ਇਹ ਜਮਾਤ ਵਿੱਚ ਅਕਸਰ ਸ਼ਰਾਰਤਾਂ ਕਰਦਾ ਰਹਿੰਦਾ ਹੈ। ਇਹ ਸਵਾਲ ਜਿਹੜਾ ਹੈਗਾ ਦੇਖੋ ਇਹ ਪੜਨਾਮ ਦੇ ਵਿੱਚੋਂ ਸਵਾਲ ਪਾਇਆ ਗਿਆ। ਪੜਨਾਮ ਦੇ ਵਿੱਚ ਕਈ ਕਿਸਮਾਂ ਹੁੰਦੀਆਂ, ਇਹਦੇ ਦੋ ਜਵਾਬਾਂ ਦੇ ਵਿੱਚ ਅਕਸਰ ਵਿਦਿਆਰਥੀ ਕਨਫਿਊਜ਼ ਹੋ ਜਾਂਦੇ ਨੇ, ਇੱਕ ਨਿਸ਼ਚੈਵਾਚੀ ਪੜਨਾਮ ਤੇ ਇੱਕ ਪੁਰਖਵਾਚੀ ਪੜਨਾਮ। ਕਿਉਂਕਿ ਜਿਹੜਾ ਇਹ ਸ਼ਬਦ ਆ ਨਾ ਉਹ ਹੈਗਾ ਤਾਂ ਪੁਰਖਵਾਚੀ ਪੜਨਾਮ। ਪੁਰਖਵਾਚੀ ਪੜਨਾਮ ਕਿਹੜੇ ਹੁੰਦੇ ਨੇ? ਜੇ ਮੈਂ ਗੱਲ ਕਰਦਾ ਪਿਆ ਤਾਂ ਮੈਂ ਇਸ ਟਾਈਮ ਤੇ ਪਹਿਲਾ ਪੁਰਖ ਹੈ, ਜਿਹੜਾ ਬੰਦਾ ਬੋਲਦਾ ਹੁੰਦਾ ਉਹ ਪਹਿਲਾ ਪੁਰਖ ਹੁੰਦਾ, ਜਿਹਦੇ ਨਾਲ ਗੱਲ ਕਰ ਰਹੇ ਹੋ ਜਾਂ ਤੁਸੀਂ ਮੈਨੂੰ ਇਸ ਟਾਈਮ ਸੁਣ ਰਹੇ ਹੋ ਤਾਂ ਤੁਸੀਂ ਦੂਸਰੇ ਪੁਰਖ ਹੋ। ਜੇ ਤੁਸੀਂ ਮੈਨੂੰ ਸਵਾਲ ਪੁੱਛਣ ਲੱਗ ਜਾਓ ਤਾਂ ਤੁਸੀਂ ਪਹਿਲੇ ਪੁਰਖ ਹੋ ਜਾਓਗੇ ਤੇ ਮੈਂ ਦੂਸਰਾ ਬਣ ਜੂ। ਜੇ ਆਪਾਂ ਦੋਨੇ ਅਸੀਂ ਕਿਸੇ ਹੋਰ ਬਾਰੇ ਗੱਲ ਕਰਨ ਲੱਗ ਜੀ ਤਾਂ ਉਹ ਤੀਸਰਾ ਪੁਰਖ ਹੁੰਦਾ। ਇਸੇ ਤਰ੍ਹਾਂ ਇਹ, ਉਹ, ਉਹਨਾਂ, ਇਹਨਾਂ, ਇਹ ਸਾਰੇ ਦੇ ਸਾਰੇ ਸ਼ਬਦ ਜਿਹੜੇ ਉਹ ਪੁਰਖਵਾਚੀ ਪੜਨਾਮ ਹੁੰਦੇ ਆ, ਜਾਂ ਖਾਸ ਕਰਕੇ ਇਹਦੀ ਕਿ ਤੀਜਾ ਪੁਰਖ ਹੁੰਦੇ ਆ। ਪਰ ਜਦੋਂ ਅਸੀਂ ਕਈ ਵਾਰੀ ਇਹ ਜਾਂ ਉਹ ਨੂੰ ਨਾ ਕਿਸੇ ਨਾਮ ਦੇ ਅੱਗੇ ਵੀ ਲਾ ਦਿੰਦੇ ਆ ਕਿ ਇਹ ਵਿਦਿਆਰਥੀ ਚੰਗਾ ਹੈ, ਇਹ ਵਿਦਿਆਰਥੀ, ਉਹ ਕਿਤਾਬ ਹੈ, ਉਹ ਕਮਰਾ ਹੈ, ਜਦੋਂ ਅਸੀਂ ਇਸ਼ਾਰਾ ਕਰਕੇ ਕਹਿੰਦੇ ਹੁੰਦੇ ਉਹ ਹੁੰਦਾ ਨਿਸ਼ਚੈਵਾਚੀ ਪੜਨਾਮ। ਪਰ ਇਹ ਸਵਾਲ ਦੇ ਵਿੱਚ ਕਿਹਾ ਗਿਆ ਕਿ ਇਹ ਜਮਾਤ ਵਿੱਚ ਅਕਸਰ ਸ਼ਰਾਰਤਾਂ ਕਰਦਾ ਰਹਿੰਦਾ। ਇਹਦੇ ਵਿੱਚ ਅਸੀਂ ਜਿਹੜਾ ਇਹ ਸ਼ਬਦ ਹੈ ਉਹ ਕਿਸੇ ਨਾਮ ਦੀ ਥਾਂ ਤੇ ਵਰਤ ਰਹੇ ਹਾਂ। ਜਦੋਂ ਨਾਮ ਦੀ ਥਾਂ ਤੇ ਇਹ ਵਰਤਿਆ ਜਾਂਦਾ ਨਾ ਉਦੋਂ ਉਹ ਕਿਸਮ ਹੁੰਦੀ ਹੈ ਪੁਰਖਵਾਚੀ ਪੜਨਾਮ। ਇਹਨੂੰ ਇਹ ਟੌਪਿਕ ਜਿਹੜਾ ਹੈਗਾ ਉਹ ਕਾਫੀ ਕਲੈਰਿਟੀ ਮੰਗਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਂ ਤੁਹਾਨੂੰ ਸਮਝਾਉਂਗਾ ਕਿ ਇਹਦੇ 'ਚ ਫਰਕ ਕੀ ਹੁੰਦਾ, ਠੀਕ ਹੈ। ਫਿਰ ਹੈਗਾ 145 ਨੰਬਰ ਸਵਾਲ ਹੈਗਾ ਜੀ। 145 ਨੰਬਰ ਦੇਖੋ, ਉਸ ਵਿਚਾਰੇ ਮਿਸਤਰੀ ਨੂੰ ਸਾਰਾ ਮਹੀਨਾ ਮੱਠਾ ਬੁਖਾਰ ਚੜਦਾ ਰਿਹਾ। ਵਾਕ ਦੇ ਵਿੱਚ ਚੜਦਾ ਰਿਹਾ ਕਿਰਿਆ ਰੂਪ ਦੀ ਪਛਾਣ ਕਰੋ। ਜਦੋਂ ਅਸੀਂ ਵਾਕ ਦੇ ਵਿੱਚ ਕਿਰਿਆ ਦੇ ਸ਼ਬਦ ਵੇਖਦੇ ਆ ਨਾ ਤਾਂ ਸਾਡੇ ਕੋਲ ਤਿੰਨ ਕਿਰਿਆਵਾਂ ਹੁੰਦੀਆਂ, ਇੱਕ ਮੂਲ ਕਿਰਿਆ ਹੁੰਦੀ ਹੈ, ਇੱਕ ਸੰਚਾਲਕ ਕਿਰਿਆ ਹੁੰਦੀ ਹੈ, ਇੱਕ ਸਹਾਇਕ ਕਿਰਿਆ ਹੁੰਦੀ ਹੈ। ਹੁਣ ਇਹਦੇ 'ਚ ਸਹਾਇਕ ਕਿਰਿਆ ਦਾ ਕੋਈ ਹੈ ਨਹੀਂ, ਹੈ ਹਨ ਸੀ ਸਨ ਹੈ ਨਹੀਂ। ਇਹਦੇ 'ਚ ਇੱਕ ਮੂਲ ਕਿਰਿਆ ਲੱਗੀ ਹੈ, ਇੱਕ ਸੰਚਾਲਕ ਕਿਰਿਆ ਲੱਗੀ ਹੈ, ਠੀਕ ਹੈ। ਇਸ ਕਰਕੇ ਸੀ ਤੇ ਡੀ ਦਾ ਜਿਹੜਾ ਹੈਗਾ ਇਹਦਾ ਉਹ ਜਵਾਬ ਜਾਣਗੇ ਕੱਟੇ। ਰਹਿ ਗਏ ਸਾਡੇ ਕੋਲ ਦੋ ਜਵਾਬ, ਮੁੱਖ ਕਿਰਿਆ ਪਲੱਸ ਗਤੀਸ਼ੀਲ, ਮੁੱਖ ਕਿਰਿਆ ਪਲੱਸ ਸੰਭਾਵੀ ਸੰਚਾਲਕ ਕਿਰਿਆ। ਕਿਉਂਕਿ ਸੰਚਾਲਕ ਕਿਰਿਆ ਦੀ ਵੀ ਚਾਰ ਕਿਸਮਾਂ ਹੁੰਦੀਆਂ, ਗਤੀਸ਼ੀਲ, ਸੰਭਾਵੀ ਤੇ ਦੋ ਹੋਰ ਹੁੰਦੀਆਂ। ਗਤੀਸ਼ੀਲ ਸੰਚਾਲਕ ਕਿਰਿਆ ਹੁੰਦੀ ਹੈ ਕਿ ਜਦੋਂ ਕੋਈ ਸ਼ਬਦ ਕੰਟੀਨਿਊਟੀ ਦੱਸੇ, ਜਿਵੇਂ ਕਹਿੰਦੇ ਚੜਦਾ ਰਿਹਾ, ਰਿਹਾ ਜਿਹੜਾ ਸ਼ਬਦ ਉਹ ਗਤੀਸ਼ੀਲ ਹੈ। ਸੰਭਾਵੀ ਹੁੰਦਾ ਕਿ ਉਹ ਇਹ ਕੰਮ ਕਰ ਸਕਦਾ ਹੈ, ਸਕਦਾ ਹੁੰਦਾ ਕਿ ਉਹ ਇਸ ਮਤਲਬ ਮੈਂ ਕਹਿੰਦਾ ਕਿ ਇਹ ਵਿਦਿਆਰਥੀ ਪੇਪਰ ਪਾਸ ਕਰ ਸਕਦਾ ਹੈ, ਇਹ ਵਿਦਿਆਰਥੀ ਚੰਡੀਗੜ੍ਹ ਦੇ ਵਿੱਚ ਜੇਬੀਟੀ ਜਾਂ ਟੀਜੀਟੀ ਦਾ ਸਪੈਸ਼ਲ ਐਜੂਕੇਟਰ ਦਾ ਅਧਿਆਪਕ ਬਣ ਸਕਦਾ, ਤਾਂ ਉਹਦੇ 'ਚ ਸੰਭਾਵਨਾ ਹੈ ਸਕਦਾ, ਠੀਕ ਹੈ। ਇਸ ਕਰਕੇ ਮੈਂ ਸੰਭਾਵੀ ਸੰਚਾਲਕ ਕਹੂੰਗਾ। ਪਰ ਜੇ ਰਿਹਾ ਸ਼ਬਦ ਲੱਗਿਆ ਹੋਇਆ ਇਹਦਾ ਮਤਲਬ ਇਹ ਗਤੀਸ਼ੀਲ ਕੰਟੀਨਿਊਟੀ ਨੂੰ ਦੱਸਦਾ ਪਿਆ, ਲਗਾਤਾਰਤਾ ਨੂੰ ਦੱਸਦਾ ਪਿਆ ਕਿ ਉਹ ਕੰਮ ਹਲੇ ਚੱਲ ਰਿਹਾ ਸੀ ਜਾਂ ਚੱਲਦਾ ਪਿਆ। ਤਾਂ ਜਦੋਂ ਵੀ ਗਤੀਸ਼ੀਲਤਾ ਨੂੰ ਦੱਸਦੇ ਤਾਂ ਉਦੋਂ ਰਿਹਾ ਸ਼ਬਦ ਵਰਤਿਆ ਜਾਂਦਾ। ਤਾਂ ਰਿਹਾ ਹੈਗੀ ਆ ਗਤੀਸ਼ੀਲ ਸੰਚਾਲਕ ਕਿਰਿਆ, ਤੇ ਅਗਲੀ ਜਿਹੜੀ ਕਿਰਿਆ ਹੈਗੀ ਚੜ੍ਹਦਾ ਉਹਨੂੰ ਅਸੀਂ ਬੋਲਦੇ ਹਾਂ ਮੁੱਖ ਕਿਰਿਆ। ਮੁੱਖ ਕਿਰਿਆ ਹੁੰਦੀ ਜੀ ਤਾਂ ਸਾਨੂੰ ਪਤਾ ਲੱਗੇ ਕਿ ਕੰਮ ਕੀ ਹੋ ਰਿਹਾ, ਠੀਕ ਹੈ। ਤਾਂ 145 ਦਾ ਜਵਾਬ ਸੀਗਾ ਇਹ ਮੁੱਖ ਕਿਰਿਆ ਪਲੱਸ ਗਤੀਸ਼ੀਲ ਸੰਚਾਲਕ ਕਿਰਿਆ। ਚਲੋ ਜੀ, ਉਸ ਤੋਂ ਬਾਅਦ ਸਾਡੇ ਕੋਲੇ ਆ ਗਿਆ 146 ਨੰਬਰ ਸਵਾਲ। ਧਿਆਨ ਨਾਲ ਵੇਖਿਓ ਕਿ 146 ਨੰਬਰ ਸਵਾਲ ਦੇ ਵਿੱਚ ਕੀ
ਪੁੱਛਿਆ ਕੀ ਜਾ ਰਿਹਾ। ਹਾਂਜੀ, ਲੜਾਈ ਦੇ ਮੈਦਾਨ ਵਿੱਚ ਨਗਾਰਿਆਂ ਤੇ ਚੋਟਾਂ ਵੱਜਦਿਆਂ ਹੀ ਦੋਹਾਂ ਧਿਰਾਂ ਦੀਆਂ ਫੌਜਾਂ ਆਮੋ ਸਾਹਮਣੇ ਆ ਗਈਆਂ। ਲੜਾਈ ਦੇ ਮੈਦਾਨ 'ਚ ਨਗਾਰਿਆਂ ਤੇ ਚੋਟਾਂ ਵੱਜਦੇ ਹੀ ਦੋਹਾਂ ਧਿਰਾਂ ਦੀਆਂ ਫੌਜਾਂ ਆਮੋ ਸਾਹਮਣੇ ਆ ਗਈਆਂ, ਆਮੋ ਸਾਹਮਣੇ ਖੜੋ ਗਈਆਂ ਵੀ ਆ ਜਾਓ ਕਿਰਾ। ਵਾਕ ਦੇ ਵਿੱਚੋਂ ਸੰਯੁਕਤ ਕਿਰਿਆ ਵਿਸ਼ੇਸ਼ਣ ਪਛਾਣੋ। ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ ਸਾਡੇ ਕੋਲੇ ਕਿਰਿਆ ਵਿਸ਼ੇਸ਼ਣ ਨੂੰ ਪਛਾਣਨਾ ਸੀ। ਅਗਲਾ ਇਹਨੇ ਸ਼ਬਦ ਲਾਤਾ ਸੰਯੁਕਤ। ਸੰਯੁਕਤ ਸ਼ਬਦ ਲਾ ਕੇ ਤਾਂ ਸਾਨੂੰ ਉਹਨੇ ਥੋੜਾ ਆਸਾਨ ਕਰਤਾ, ਪਰ ਆਪਣੇ ਆਪ ਦੇ ਵਿੱਚ ਤਾਂ ਉਹ ਕਈ ਵਾਰੀ ਐਗਜ਼ਾਮੀਨਰ ਸਾਨੂੰ ਉਲਝਾਉਣਾ ਚਾਹੁੰਦਾ ਹੁੰਦਾ ਸੰਯੁਕਤ ਲਾ ਕੇ, ਪਰ ਸੰਯੁਕਤ ਇੱਥੇ ਉਲਝਾ ਨਹੀਂ ਰਿਹਾ, ਇੱਥੇ ਸਾਡਾ ਕੰਮ ਆਸਾਨ ਕਰਦਾ ਪਿਆ। ਸੰਯੁਕਤ ਦਾ ਮਤਲਬ ਹੋਊਗਾ ਕਿ ਜਿਹੜਾ ਕਿਰਿਆ ਵਿਸ਼ੇਸ਼ਣ ਦੋ ਸ਼ਬਦਾਂ ਨੂੰ ਜੋੜ ਕੇ ਬਣਿਆ ਹੋਵੇ। ਹੁਣ ਅਸੀਂ ਦੇਖਾਂਗੇ ਚਾਰ ਆਪਸ਼ਨਾਂ ਦੇ ਵਿੱਚ ਅਸੀਂ ਜੇ ਇਹਨਾਂ ਨੂੰ ਕੱਟੀਏ ਵੀ ਤਾਂ ਅਸੀਂ ਇਹਨਾਂ ਨੂੰ ਕਿਵੇਂ ਕੱਟ ਸਕਦੇ ਹਾਂ। ਦੇਖੋ, ਪਹਿਲਾ ਹੈਗਾ ਵੱਜਦਿਆਂ ਹੀ। ਲੜਾਈ ਦੇ ਮੈਦਾਨ ਵਿੱਚ ਨਗਾਰਿਆਂ ਤੇ ਚੋਟਾਂ ਵੱਜਦਿਆਂ ਹੀ, ਜਿਹੜਾ ਵੱਜਦਿਆਂ ਹੀ ਹੈ ਇਹ ਆਪਣੇ ਆਪ ਦੇ ਵਿੱਚ ਹੀ ਕਿਰਿਆ ਹੈਗੀ। ਇਸੇ ਤਰ੍ਹਾਂ ਦੋਹਾਂ ਧਿਰਾਂ ਦੀਆਂ ਫੌਜਾਂ, ਫੌਜਾਂ ਨਾਮ ਹੈ, ਦੋਹਾਂ ਧਿਰਾਂ ਜਿਹੜਾ ਉਹ ਫੌਜਾਂ ਨਾਮ ਦਾ ਵਿਸ਼ੇਸ਼ਣ ਹੈ, ਇਸ ਕਰਕੇ ਇਹ ਕਿਰਿਆ ਵਿਸ਼ੇਸ਼ਣ ਹੈ। ਉਸ ਤੋਂ ਬਾਅਦ ਜਿਹੜਾ ਆ ਗਈਆਂ ਇਹ ਵੀ ਕਿਰਿਆ, ਠੀਕ ਹੈ, ਆ ਗਈਆਂ ਇਹ ਵੀ ਕਿਰਿਆ, ਪਰ ਆ ਗਈਆਂ ਤੋਂ ਜਿਹੜਾ ਅੱਗੇ ਸ਼ਬਦ ਲੱਗਿਆ ਹੋਇਆ ਉਹ ਹੈਗਾ ਆਮੋ ਸਾਹਮਣੇ। ਕਿੱਥੇ ਆ ਗਈਆਂ ਫੌਜਾਂ? ਆਮੋ ਸਾਹਮਣੇ ਆ ਗਈਆਂ। ਤਾਂ ਆਮੋ ਸਾਹਮਣੇ ਸੰਯੁਕਤ ਕਿਰਿਆ ਵਿਸ਼ੇਸ਼ਣ ਹੈ ਤੇ ਇਹਨੂੰ ਕਿਰਿਆ ਵਿਸ਼ੇਸ਼ਣ ਦੇ ਵਿੱਚ ਕਹਿੰਦੇ ਨੇ ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਕਿ ਕੋਈ ਕਿਰਿਆ ਕਿੱਥੇ ਹੋ ਰਹੀ ਹੈ, ਉਹ ਫੌਜਾਂ ਦੋਹਾਂ ਧਿਰਾਂ ਦੇ ਆਮੋ ਸਾਹਮਣੇ ਆ ਗਈਆਂ। ਸਥਾਨ ਦੀ ਰੈਪਰੈਜ਼ੈਂਟੇਸ਼ਨ ਕਰਦਾ ਪਿਆ ਸ਼ਬਦ। ਅਗਲੀ ਗੱਲ ਕਿ ਆਮੋ ਸਾਹਮਣੇ ਦਾ ਸੰਬੰਧ ਜਿਹੜਾ ਉਹ ਆ ਗਈਆਂ ਦੇ ਨਾਲ ਜੁੜਿਆ ਹੋਇਆ। ਜਿਹੜਾ ਵੀ ਸ਼ਬਦ ਕਿਰਿਆ ਦੇ ਨਾਲ ਜੁੜਿਆ ਹੁੰਦਾ ਨਾ ਉਸੇ ਨੂੰ ਅਸੀਂ ਕਿਰਿਆ ਵਿਸ਼ੇਸ਼ਣ ਕਹਿੰਦੇ ਆ। ਜਿਹੜਾ ਦੋਹਾਂ ਧਿਰਾਂ ਸ਼ਬਦ ਹੈ ਫੌਜਾਂ ਨਾਲ ਜੁੜਿਆ, ਫੌਜਾਂ ਕੋਈ ਕਿਰਿਆ ਨਹੀਂ ਹੈ, ਫੌਜਾਂ ਦਾ ਨਾਮ ਹੈ। ਤੇ ਜਿਹੜਾ ਵੱਜਦਿਆਂ ਹੀ ਹੈ ਇਹ ਆਪਣੇ ਆਪ ਦੇ ਵਿੱਚ ਹੀ ਕਿਰਿਆ, ਆ ਗਈਆਂ ਵੀ ਆਪਣੇ ਆਪ ਦੇ ਵਿੱਚ ਕਿਰਿਆ। ਇਸ ਕਰਕੇ ਜਿਹੜੇ ਇਹ ਸ਼ਬਦ ਨੇ ਬਾਕੀ ਇਹ ਸਾਰੇ ਦੇ ਸਾਰੇ ਕੱਟੇ ਜਾਣਗੇ। ਸਾਡੇ ਕੋਲ ਜਿਹੜਾ ਇੱਕੋ ਹੀ ਜਵਾਬ ਰਹਿ ਜਾਊਗਾ ਇਹਦਾ, ਆਮੋ ਸਾਹਮਣੇ। ਠੀਕ ਹੈ, ਤਾਂ ਜਿਹੜਾ 146 ਨੰਬਰ ਹੈ ਦਾ ਜਵਾਬ ਹੈਗਾ ਆਮੋ ਸਾਹਮਣੇ। ਹਾਂਜੀ, ਉਸ ਤੋਂ ਬਾਅਦ ਦੇਖੋ 147 ਨੰਬਰ ਸਵਾਲ। ਇਹ ਕਹਿੰਦੇ ਕਿ ਪੰਜ ਕੋ ਚੱਲ ਕੇ ਉਹ ਫਿਰ ਬੈਠ ਗਿਆ ਅਤੇ ਫਿਰ ਉੱਠਣਾ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਉੱਠੇ ਹੀ ਨਾ ਗਿਆ। ਪੰਜ ਕੋ ਚੱਲ ਕੇ ਫੇਰ ਬੈਠ ਗਿਆ, ਪਰ ਜਦੋਂ ਉੱਠਣਾ ਚਾਹਿਆ ਉਹ ਤੋਂ ਉੱਠਿਆ ਨਹੀਂ ਗਿਆ। ਵਾਕ ਦੇ ਵਿੱਚ ਪੰਜ ਕੋ ਕਿਸ ਸ਼੍ਰੇਣੀ ਦਾ ਵਿਸ਼ੇਸ਼ਣ ਹੈ? ਦੋ ਕੀਵਰਡਸ ਨੇ, ਇੱਕ ਕਿਹਾ ਪੰਜ ਕੋ, ਇੱਕ ਪੁੱਛਿਆ ਵਿਸ਼ੇਸ਼ਣ ਕਿ ਪੰਜ ਕੋ ਵਿਸ਼ੇਸ਼ਣ ਦੀ ਕਿਹੜੀ ਕਿਸਮ ਚ ਆਊਗਾ। ਦੇਖੋ, ਜਿਹੜਾ ਪੰਜ ਜੇ ਤਾਂ ਕੱਲਾ ਸ਼ਬਦ ਲਿਖਿਆ ਹੁੰਦਾ ਨਾ ਪੰਜ ਤਾਂ ਸਾਡੇ ਕੋਲੇ ਗਿਣਤੀ ਹੁੰਦੀ ਹੈ ਨਿਸ਼ਚਿਤ, 5 4 3, ਠੀਕ ਹੈ, ਉਹ ਨਿਸ਼ਚਿਤ ਗਿਣਤੀ ਹੈ। ਮੈਂ ਕਹਿੰਦਾ ਕਿ ਜੀ ਮੈਨੂੰ 5 ਕਾਪੀਆਂ ਦੇ ਦਿਓ, ਮੈਨੂੰ 5 ਕਿਲੋ ਖੰਡ ਦੇ ਦਿਓ, ਮੈਨੂੰ 5 ਕਿਤਾਬਾਂ, ਮੈਨੂੰ 5 ਦੁੱਧ ਦੇ ਪੈਕਟ ਦੇ ਦਿਓ। ਠੀਕ ਹੈ, ਤਾਂ ਇਹ ਕੀ ਹੋ ਗਿਆ? ਨਿਸ਼ਚਿਤ ਹੋ ਗਿਆ, ਮੈਂ ਪੱਕੀ ਗਿਣਤੀ ਦੱਸਤੀ। ਕਈ ਵਾਰੀ ਅਸੀਂ ਬੋਲਣ ਚ ਕਹਿ ਦਿੰਦੇ ਆ ਕਿ ਚੱਲ ਯਾਰ ਆਉਂਦਾ ਹੋਇਆ ਨਾ ਇੱਕ ਅੱਧਾ ਦੁੱਧ ਦਾ ਪੈਕਟ ਲੈ ਆਵੀਂ, ਠੀਕ ਹੈ, ਜਾਂ ਇੱਕ ਅੱਧਾ ਜਦੋਂ ਸਬਜ਼ੀ ਲਾਓ, ਮੇਰਾ ਵੀਰ ਸਬਜ਼ੀਆਂ ਨੂੰ ਕਹਿੰਦੇ ਕਿ ਭਾਈ ਇੱਕ ਅੱਧਾ ਟਮਾਟਰ ਵੀ ਪਾ ਦੀ, ਹਨਾ, 2-4 ਟਮਾਟਰ ਵੀ ਪਾ ਦੀ। ਉਹਨੂੰ 2-4 ਦਾ ਕੀ ਮਤਲਬ ਹੈ, ਜੇ ਇੱਕ ਅੱਧੇ ਦਾ ਕੀ ਮਤਲਬ? ਤੁਸੀਂ ਪੱਕੀ ਗਿਣਤੀ ਨਹੀਂ ਦੱਸੀ ਕਿ ਐਂ ਗਿਣ ਕੇ ਪਾਈ। ਉਹ ਜੇ ਇੱਕ ਅੱਧਾ ਤੁਸੀਂ ਕਿਹਾ ਹੈਗਾ ਤਾਂ ਉਹਦੀ ਮਰਜ਼ੀ ਹੈ, ਭਾਵੇਂ ਉਹ 1 ਪਾ ਦੇਵੇ, ਭਾਵੇਂ ਉਹ 2 ਪਾ ਦੇ, ਭਾਵੇਂ ਵੱਢ ਕੇ ਪਾ ਦੇਵੇ ਅੱਧਾ, ਤੁਸੀਂ ਕਹਿ ਹੀ ਨਹੀਂ ਸਕਦੇ। ਜੇ ਤੁਸੀਂ 2-4 ਕਿਹਾ ਜਿਹਨੇ 2 ਪਾਤੇ ਤਾਂ ਵੀ ਨਹੀਂ ਕੁਝ ਕਹਿ ਸਕਦੇ। ਪਰ ਜੇ ਤੁਸੀਂ ਕਿਹਾ ਨਾ ਕਿ ਬਾਈ ਜੀ 5 ਟਮਾਟਰ ਪਾਏ ਤਾਂ 5 ਹੀ ਪਾਊਗਾ। ਇਸ ਕਰਕੇ ਜਦੋਂ ਤੁਸੀਂ ਕੋ ਸ਼ਬਦ ਨਾਲ ਲਾ ਦੇਣਾ ਕੋ, ਉਦੋਂ ਜਿਹੜੀ ਸਾਡੀ ਉਹ ਗਿਣਤੀ ਹੈ ਨਾ ਉਹ ਪੱਕੀ ਨਹੀਂ ਰਹਿੰਦੀ, ਪਰਮਾਨੈਂਟ ਨਹੀਂ ਰਹਿੰਦੀ, ਉਹ ਨਿਸ਼ਚਿਤ ਬਣ ਜਾਂਦੀ। ਇਸ ਕਰਕੇ ਜਿਹੜਾ 5 ਕੋ ਸ਼ਬਦ ਹੈ ਨਾ, 5 ਕੋ, ਇਹ ਹੈਗਾ ਸਾਡੇ ਕੋਲ ਅਨਿਸ਼ਚਿਤ। ਵੈਸੇ ਤਾਂ ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਸਾਡੇ ਕੋਲ ਇਹੀ, ਕਿਉਂਕਿ ਇਹ ਨਿਸ਼ਚਿਤ ਵਾਲੀ ਇੱਕੋ ਉਦਾਹਰਨ ਹੈ, ਠੀਕ ਹੈ, ਕਿ ਇਹ 5 ਕੋ ਜਿਹੜਾ ਹੈਗਾ ਉਹ ਨਿਸ਼ਚਿਤ ਵਿੱਚ ਆਊਗਾ। ਪਰ ਅਸੀਂ ਜਿਹੜਾ ਇਸ ਤੋਂ ਗਾਂ ਸ਼ਬਦ ਲੱਗਿਆ ਹੋਇਆ ਹੈਗਾ ਕੋ, ਇਹਨੂੰ ਵੀ ਲਾਜ਼ਮੀ ਤੌਰ ਤੇ ਦੇਖਾਂਗੇ, ਕਿਉਂਕਿ ਇਹਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਕੀ ਇਹ ਨਿਸ਼ਚਿਤ ਸੰਖਿਆ ਵਾਚਕ ਹੈ ਜਾਂ ਕੀ ਇਹ ਨਿਸ਼ਚਿਤ ਪ੍ਰਮਾਣ ਹੈ। ਹੁਣ ਦੇਖੋ ਕੋ ਸ਼ਬਦ ਹੈ, ਕੋ ਕਿਹਨੂੰ ਰਿਪਰੈਜ਼ੈਂਟ ਕਰਦਾ? ਕੋ ਰਿਪਰੈਜ਼ੈਂਟ ਕਰਦਾਗਾ ਇੱਕ ਮਿਣਤੀ ਨੂੰ ਜਾਂ ਮਾਪ ਨੂੰ, ਠੀਕ ਹੈ। ਕਿਲੋਮੀਟਰ, ਕਿਲੋਮੀਟਰ ਅਸੀਂ ਕੀ ਗੱਲ ਕਰਦੇ ਆ, ਇਹਨੂੰ ਮਿਣ ਸਕਦੇ ਆ, ਗਿਣ ਸਕਦੇ ਆ, ਕੀ ਕਰ ਸਕਦੇ ਆ। ਹਾਂਜੀ, ਇੱਥੇ ਦੇਖੋ
मैं दोबारा दस दिया, को का मतलब हैगा किलोमीटर। हुण असी की जो किलोमीटर की गल करते हैं, असी इउं तां नहीं कहते कि 100 ग्राम किलोमीटर, ठीक है, 200 ग्राम, 1 लीटर, इउं तां नहीं कहते हैगे। असी कहने कि 1 किलोमीटर, 2 किलोमीटर, असी मतलब कि किलोमीटर की गिनती करते हैं, अद्धा, ठीक है, 1 2 3 4 5 इदां। तो जिहड़ा किलोमीटर है जां को है, गिने जाने वाली चीज़ है। तो जिहड़ी चीज़ गिनी जाती हुंदी है उहनूं असीं काहदे च मंनदे हुंदे आ, संख्या च मंनदे। पर जदों अगे 5 क लग गया तो यह की बन जूगा, ये बन जूगा अनिश्चित संख्यावाचक विशेषण। तो इसका जवाब होगा अनिश्चित संख्यावाचक विशेषण। फिर है 148 नंबर सवाल, अपने हथी पाली कुड़ी दी डोली नूं विदा करन लग्या प्यो ने भरे मन नाल उसनूं ढेर सारा प्यार दिता। वाक विच निश्चित प्रमाणवाचक विशेषण चुनो। निश्चित प्रमाणवाचक विशेषण, पहला आपां चुनिया सी निश्चित संख्यावाचक विशेषण, हुण असीं निश्चित प्रमाणवाचक विशेषण देखांगे। देखो प्रमाण दे विच ओह चीज़ां हुंदियां जिन्हां नूं असीं कह लईए कि गिण मिण नहीं सकते, ठीक है, जिन्हां नूं ਜਾਂ ਤਾਂ ਨਾਪ ਤੋਲ ਸਕਦੇ ਆ। ਨਾਪ ਤੋਲ ਦੇ ਵਿੱਚ ਵੀ ਇਉਂ ਹੁੰਦਾ ਕਿ ਕਈਆਂ ਨੂੰ ਅਸੀਂ ਪੂਰੀ ਤਰ੍ਹਾਂ ਨਾਪ ਸਕਦੇ, ਜਿਹੜੀ ਨਿਸ਼ਚਿਤ ਹੁੰਦੀਆਂ, ਕਈਆਂ ਨੂੰ ਪੂਰੀ ਤਰ੍ਹਾਂ ਨਾਪ ਵੀ ਨਹੀਂ ਸਕਦੇ ਹੁੰਦੇ, ਉਹ ਅਨਿਸ਼ਚਿਤ ਹੁੰਦੀਆਂ ਨੇ, ਠੀਕ ਹੈ। ਤਾਂ ਹੁਣ ਇਹਦੇ ਚ ਜਿਹੜੇ ਕੀਵਰਡ ਨੇ ਸਾਡੇ ਕੋਲੇ, ਆਪਣੇ ਜਿਹੜਾ ਇਹਦੇ ਲਿਖਿਆ ਹੋਇਆ ਆਪਣੇ, ਕੋਈ ਨਿਸ਼ਚਿਤ ਪ੍ਰਮਾਣਵਾਚਕ ਵਿਸ਼ੇਸ਼ਣ ਨਹੀਂ ਹੁੰਦਾ। ਉਸ ਜਿਹੜਾ ਹੈਗਾ ਇਹ ਪੜਨਾਮ ਹੈ, ਜਿਹੜਾ ਆਪਣੇ ਇਹ ਨਿਜਵਾਚਕ ਪੜਨਾਮ ਹੈ। ਦੋ ਸ਼ਬਦ ਰਹਿ ਗਏ, ਭਰੇ ਤੇ ਢੇਰ ਸਾਰਾ। ਇੱਥੇ ਕਿ ਭਰੇ ਮਨ ਨਾਲ, ਭਰਿਆ ਮਨ, ਠੀਕ ਹੈ, ਮਨ ਭਰਿਆ, ਢੇਰ ਸਾਰਾ। ਜਿਹੜਾ ਭਰੇ ਸ਼ਬਦ ਹੈ ਉਹ ਇੱਥੇ ਜਿਹੜਾ ਕਹਿ ਲਈਏ ਕਿ ਪ੍ਰਮਾਣਵਾਚਕ ਵਿਸ਼ੇਸ਼ਣ ਦੇ ਤੌਰ ਤੇ ਇੱਥੇ ਨਹੀਂ ਆ ਰਿਹਾ, ਠੀਕ ਹੈ। ਤਾਂ ਇਹ ਆਪਸ਼ਨ ਵੀ ਸਾਡੇ ਕੋਲੇ ਕੱਟੀ ਗਈ। ਤਾਂ ਸਹੀ ਸਾਡਾ ਜਵਾਬ ਹੋਊਗਾ ਢੇਰ ਸਾਰਾ। ਢੇਰ ਜਿਹੜਾ ਹੈਗਾ ਦੇਖੋ ਆਪਣੇ ਆਪ 'ਚ ਹੀ ਨਿਸ਼ਚਿਤ ਹੈ, ਢੇਰ ਸਾਰਾ ਕਿਹੜਾ ਕੋਈ ਗਿਣਿਆ ਜਾ ਸਕਦਾ। ਤੇ ਅੱਗੇ ਹੈਗਾ ਪਿਆਰ। ਪਿਆਰ ਕਿਉਂਕਿ ਨਾਮ ਹੈ, ਭਾਵਵਾਚਕ ਨਾਮ ਹੈ, ਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਹੀ ਪੜਨਾਮ ਹੁੰਦਾ। ਅਸੀਂ ਕੀ ਪੜ੍ਹਦੇ ਹਾਂ ਕਿ ਜਿਹੜਾ ਸ਼ਬਦ ਨਾਮ ਦੀ ਵਿਸ਼ੇਸ਼ਤਾ ਦੱਸਦਾ ਹੁੰਦਾ ਉਸੇ ਨੂੰ ਹੀ ਅਸੀਂ ਬੋਲਦੇ ਹੈਗੇ ਆ ਵਿਸ਼ੇਸ਼ਣ, ਠੀਕ ਹੈ। ਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਜਿਹੜਾ ਸ਼ਬਦ ਹੈ, ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ, ਉਹ ਹੁੰਦਾ ਗਾ ਵਿਸ਼ੇਸ਼ਣ। ਤੇ ਜਿਹੜਾ ਪਿਆਰ ਹੈਗਾ ਉਹ ਭਾਵਵਾਚਕ ਨਾਮ ਹੈ, ਤੇ ਢੇਰ ਸਾਰਾ ਜਿਹੜਾ ਹੈਗਾ ਉਹ ਇਸ ਨਾਮ ਦੀ ਵਿਸ਼ੇਸ਼ਤਾ ਦੱਸਦਾ। ਪਰ ਇਹ ਜਿਹੜਾ ਨਾਮ ਹੈ ਇਹ ਪ੍ਰਮਾਣ ਦੇ ਵਿੱਚ ਆਊਗਾ, ਇਸ ਕਰਕੇ ਜਿਹੜਾ ਢੇਰ ਸਾਰਾ ਹੈਗਾ ਇਹ ਨਿਸ਼ਚੈਵਾਚਕ ਪ੍ਰਮਾਣ ਵਿਸ਼ੇਸ਼ਣ ਹੋਊਗਾ ਜਾਂ ਨਿਸ਼ਚਿਤ ਪ੍ਰਮਾਣ ਵਿਸ਼ੇਸ਼ਣ ਹੋਊਗਾ, ਠੀਕ ਹੈ ਜੀ। फिर आगे 149 नंबर सवाल देखो जी। 149 नंबर ये कहता कि हेठ लिखे शब्द समूहां विचों केड़ा शब्द जोड़ा पक्षों सही है। देखो मैं जद भी व्याकरण की क्लास लगाउणा तां इह गल जिहड़ी ओह विद्यार्थी नूं वार-वार कराई जांदी है कि साडी भाषा दे विच कुछ ओह चिन्ह जां ओह असीं पैरबिंदी वाले अखर वरतदे हां ਜਿਹੜੇ ਅਰਬੀ ਫਾਰਸੀ ਦੇ ਪ੍ਰਭਾਵ ਅਧੀਨ ਸਾਡੇ ਕੋਲੇ ਆਏ ਨੇ, ਠੀਕ, ਜਿਹਦੇ ਵਿੱਚੋਂ ਸੱਸੇ ਪਰਬਿੰਦੀ, ਖੱਖੇ ਪਰਬਿੰਦੀ, ਸੱਸੇ ਪਰਬਿੰਦੀ, ਗੱਗੇ ਪਰਬਿੰਦੀ, ਖੱਖੇ ਪਰਬਿੰਦੀ, ਜੱਜੇ ਪਰਬਿੰਦੀ, ਫੱਫੇ ਪਰਬਿੰਦੀ, ਇਹ ਜਿਹੜੇ ਪੰਜ ਹੈਗੇ ਆ ਤੇ ਪੰਜੇ ਦੇ ਪੰਜੇ ਅਰਬੀ ਫਾਰਸੀ ਧੁਨੀਆਂ ਨੂੰ ਲਿਖਣ ਲਈ ਵਰਤੇ ਗਏ। ਜਿਵੇਂ ਆ ਜਿਹੜੀਆਂ ਲਿਖੀਆਂ ਹੋਈਆਂ ਨਾ ਗਫਲਤ, ਗਨੀਮਤ, ਗਜ਼ਲ, ਇਹ ਸਾਰੀਆਂ ਫਾਰਸੀ ਸਾਊਂਡਸ ਨੇ ਜਾਂ ਫਾਰਸੀ ਸ਼ਬਦ ਨੇ, ਇਹਨਾਂ ਨੂੰ ਲਿਖਣ ਦੇ ਲਈ ਅਸੀਂ ਪੈਰਬਿੰਦੀ ਦੇ ਲਾ ਲੈਂਦੇ ਆ। ਜਿਹੜਾ ਲੱਲੇ ਪਰਬਿੰਦੀ ਉਹ ਸਾਡਾ ਲੋਕਲ ਭਾਸ਼ਾ ਦਾ ਹੈਗਾ, ਉਹ ਮਤਲਬ ਉਹਦਾ ਅਰਬੀ ਫਾਰਸੀ ਨਾਲ ਕੋਈ ਸੰਬੰਧ ਨਹੀਂ ਹੈ, ਠੀਕ ਹੈ। ਤਾਂ ਇੱਕ ਪਛਾਣ ਤੇ ਹੁੰਦੀ ਆ ਕਿ ਜਿਹੜੇ ਵੀ ਪੈਰ ਦੇ ਵਿੱਚ ਗੱਗਾ, ਸੱਸਾ, ਫੱਫਾ, ਜੱਜਾ, ਠੀਕ ਆ, ਖੱਖਾ, ਇਹਨਾਂ ਚ ਪੈਰ ਦੇ ਵਿੱਚ ਬਿੰਦੀ ਲੱਗੀ ਹੋਵੇ, ਉਹਨਾਂ ਸ਼ਬਦਾਂ ਦਾ ਸੰਬੰਧ ਆਮ ਕਰਕੇ ਅਰਬੀ ਜਾਂ ਫਾਰਸੀ ਦੇ ਨਾਲ ਬਣਦਾ ਹੁੰਦਾ, ਠੀਕ ਹੈ। ਤੇ ਫਿਰ ਅਗਲੀ ਗੱਲ ਕਿ ਜੇ ਉਹ ਸ਼ਬਦ ਜਿਹੜਾ ਕਹਿ ਲਈਏ 3 ਅੱਖਰਾਂ ਦੇ ਨੇ ਜਾਂ 4 ਅੱਖਰਾਂ ਦੇ ਨੇ, ਉਹ ਵੀ ਸਾਨੂੰ ਇੰਡੀਕੇਟ ਕਰ ਜਾਂਦੇ ਨੇ। ਬਹੁਤ ਸਾਰੀ 3, ਕਿਉਂਕਿ ਜਿਹੜੇ ਅਰਬੀ ਭਾਸ਼ਾ ਤੋਂ ਆਏ ਨੇ ਉਹਨਾਂ ਦਾ ਸਟਰਕਚਰ ਜਿਹੜਾ ਹੈਗਾ ਉਹ ਰੂਟ ਹੈ ਜਿਹੜੀ ਉਹ 3 ਅੱਖਰਾਂ ਵਾਲੀ ਹੈ ਤੇ ਕੁਝ ਨੁਕਤੇ ਹੈਗੇ ਆ ਪਛਾਣਨ ਦੇ। ਹੁਣ ਅਸੀਂ ਇਸ ਸਵਾਲ ਨੂੰ ਦੇਖਾਂਗੇ ਕਿ ਇਹ ਸ਼ਬਦ ਜੋੜਾਂ ਦੇ ਪੱਖੋਂ ਕਿਹੜਾ ਸਹੀ ਹੈ। ਦੇਖੋ ਪਹਿਲਾ ਹੈਗਾ ਤੁਹਾਡੇ ਕੋਲੇ ਗਫਲਤ। ਮੈਂ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਉਣਾ ਚਾਹਣਾ ਤਾਂ ਕਿ ਤੁਹਾਨੂੰ ਜਿਹੜਾ ਪੈਰ ਦੇ ਵਿੱਚ ਬਿੰਦੀਆਂ ਲੱਗੀਆਂ ਨੇ ਉਹ ਥੋੜਾ ਜਿਹਾ ਧਿਆਨ ਦੇ ਨਾਲ ਦਿਖ ਜਾਣ।
हाँ जी, देखो ए ऑप्शन हैगी आ गफलत। ठीक है, गफलत की हुंदी है? गफलत गफलत हुंदी है किसी बंदे दे नाल, एक मिनट, ओके ठीक है चल रही। हाँ, ਅਸੀਂ ਸ਼ਬਦ ਜੋੜਾ ਪੱਖੋਂ ਸਹੀ ਗੱਲ ਕਰਦੇ ਪਏ ਸੀ। ਗਫਲਤ, ਗਨੀਮਤ, ਗਜ਼ਲ ਤਿੰਨੇ ਹੀ ਫਾਰਸੀ ਦੇ, ਅਰਬੀ ਦੇ ਸ਼ਬਦ ਨੇ। ਗਫਲਤ ਦੇ ਵਿੱਚ ਕੀ ਹੈ? ਪੈਰ ਦੇ ਵਿੱਚ ਬਿੰਦੀ ਲੱਗੀ ਹੋਈ ਹੈ ਕੱਲੇ ਫੱਫੇ ਦੇ। ਗਨੀਮਤ ਦੇ ਵਿੱਚ ਕੱਲੇ ਗੱਗੇ ਦੇ ਪੈਰ ਦੇ ਵਿੱਚ ਬਿੰਦੀ ਲੱਗੀ ਹੋਈ ਹੈ। ਗਜ਼ਲ ਦੇ ਵਿੱਚ ਗੱਗੇ ਤੇ ਜੱਜੇ ਦੇ ਦੋਵਾਂ ਦੇ ਪੈਰ ਦੇ ਵਿੱਚ ਬਿੰਦੀ ਲੱਗੀ ਹੋਈ ਹੈ। ਠੀਕ ਹੈ, ਪਰ ਤੁਸੀਂ ਦੇਖੋ ਕਿ ਜਿਹੜੇ ਇਸ ਤੋਂ ਅੱਗੇ ਸ਼ਬਦ ਨੇ, ठीक है, भावें ਉਹ लिखिया होयागा गफलत तो ਉਹਦੇ ਗੱਗੇ 'ਚ पैर बिंदी लगी हुई है, फफे पैर भी बिंदी लगी हुई है। ठीक है, ते जे गजल गनीमत लिखिया तो गग्गे पैर बिंदी लगी हुई है, ते जे भाई गजल लिखिया तो गजल दे पैर दे विच भी बिंदी लगी हुई है। ते जे असी अगे वेखीए ऑप्शनां नूं, क्योंकि जिन्ना टाइम असी सारी ऑप्शनां नहीं देखते उन्ना टाइम इहदा सही जवाब नहीं मिल सकता। फिर उस तो अगे देखो, फिर आ गया उस तो बाद गफलत शब्द, जिहड़ा गफलत दे पैर दे विच जिहड़ा गग्गे पैर बिंदी लगी है, फफे पैर बिंदी लगी हुई है, पर की है? गनीमत दे पैर दे विच बिंदी नहीं लगी हुई, गजल दे पैर दे विच गग्गे पैर बिंदी नहीं लगी हुई, गग्गे दे इत्थे पैर बिंदी लगी, तो यह भी जिहड़ा ऑप्शन कट गया। तो मैं तुहानूं जूम आउट करके दिखाना चाहना कि असीं किवें सही चुनांगे। तो इन्हां चारां ऑप्शनां दे विचों ਉਹ ऑप्शन ठीक होगी जिन्हां दे विच सारे अखरां दे पैर दे विच बिंदी लगी है, मतलब कि गग्गे ते फफे दोवां दे पैर दे विच बिंदी लगनी जरूरी हुंदी है। ठीक है, जिहड़ा पहला हैगा इहदे विच भाई गग्गे पैर बिंदी लगी, ठीक है, इहनूं गफलत बोलांगे, गफलत नहीं बोलांगे। ठीक है, क्योंकि गफलत बोलना तो गग्गे पैर बिंदी लाजमी जरूरी है। गफलत हुंदी है भुल करनी, गलती करनी। इस तरह गनीमत, गनीमत ਜਿਹੜਾ शब्द है वह भी फारसी का शब्द है, वह हुंदा लुट, लुट मचाउणी, लुट दा माल। गजल जिहड़ा हैगा वह एक फारसी दी तो आई हुई साडे कोले साहित्य दी विधा है, गजलां लिखियां ने, कविता दा रूप है। तो इह च गग्गे पैर बिंदी नहीं लगी हुई, तां इह कट्टिया जाऊगा। दूजे दे विच गग्गे पैर बिंदी वे, फफे पैर बिंदी भी है, अगे गग्गे पैर बिंदी है, गग्गे जज्जे सारियां दे विच पैर बिंदी है। इस करके जिहड़ा सही जवाब होगा इहदा वो बी जवाब होगा, क्योंकि इहनूं असीं बोलांगे गफलत, इहनूं बोलांगे गनीमत, इहनूं बोलांगे गजल। इहदे विच गनीमत दे पैर बिंदी नहीं लगी, ये गलत है। ठीक है, इहदे विच भी नहीं पैर बिंदी लगी, ये भी गलत है। गजल दे पैर बिंदी लगी, ये भी गलत है। ठीक है, इत्थे फफे पैर बिंदी नहीं लगी, ये गलत है, ते इत्थे गग्गे पैर बिंदी नहीं लगी हुई, ये गलत है। तो साडे कोल इक्को ही जवाब जिहड़ा सही रह गया, किहड़ा रह गया? वो बी। ठीक है, गफलत, गनीमत ते गजल। चलो साडे कोल इस तो रह गया, फिर इस तो एक सवाल रह गया, मैं इहनूं मार्क कर दियां ताकि बाद वाले विद्यार्थी चंगी तरह समझ लैण। हाँ जी, मुहावरा हैगा चौंका फेर देना। देखो मैं तुहानूं मोटा जिहा इत्थे दस दियां कि कई बारी तां ना ये पुछ लैंदे एग्जामिनर कि इस मुहावरे का की अर्थ है, जां इस अखाण का की अर्थ है, क्योंकि दो अलग अलग चीज़ां ने। कई बारी वो जिद्दां हुण अजकल पंजाब दे पेपर बहुत सारे हो रहे हैं, तो चंडीगढ़ दे जिहड़े कह लईए अध्यापक भी पा रहे हो पेपर, तो ਉਹਦੇ ਚ ਇਹ भी पुछ लिया जांदा कि अखाण ते मुहावरे च फर्क की है, अखाण ते मुहावरे दे विच फर्क की है। तो जदों तां अखाण ते मुहावरे दे विच फर्क करना होवे तां ਇਹ निशानी हुंदी है कि ਜਿਹੜਾ मुहावरा हुंदा ਉਹਦੇ अखीर ते हमेशा नन्ना जां नाना आऊगा। ठीक है, जिवें लिखिया होया चौंका फेर देना। ठीक है, जिवें मैं लिख दियां कि हथ एक मिनट कीबोर्ड दी, चलो चलो कोई ना, सैटिंग करने वाली है थोड़ी, कि हथ पीले करना। ठीक है, उस भी करना शब्द आ गया। ठीक है, ते जे मैं कह दिया कि चढ़ाई करना, ठीक है, खौरू पाउणा, मुहावरे दे पिछे हमेशा नाना जां नन्ना आउंदा, हमेशा
ਠੀਕ ਹੈ, ਨਾਣੇ ਕੰਨਾ ਜਾਂ ਨੰਨੇ ਕੰਨਾ। ਅਖਾਣ ਦੇ ਵਿੱਚ ਨਾਣਾ ਨੰਨਾ ਆਵੇ ਲਾਜ਼ਮੀ ਨਹੀਂ ਹੁੰਦਾ, ਠੀਕ ਹੈ। ਆਪਣਾ ਪਰਾਇਆ, ਆਪਣਾ ਨੀਂਗਰ ਪਰਾਇਆ ਢੀਂਗਰ, ਠੀਕ ਹੈ। ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਪਿੱਛੋਂ ਪਤਾ ਲੱਗਦਾ, ਤਾਂ ਉਹਦੇ ਵਿੱਚ ਜ਼ਰੂਰੀ ਨਹੀਂ ਕਿ ਨਾਣਾ ਨੰਨਾ ਹੋਵੇ, ਪਰ ਕੁਝ ਅਖਾਣਾਂ 'ਚ ਨਾਣਾ ਨੰਨਾ ਵੀ ਆ ਜਾਂਦਾ ਹੁੰਦਾ, ਜਿਵੇਂ ਤੂੰ ਕੌਣ ਤੇ ਮੈਂ ਕੌਣ। ਤਾਂ ਉੱਥੇ ਪਛਾਣ ਕਰਨ ਦਾ ਤਰੀਕਾ ਇਹ ਹੁੰਦਾ ਕਿ ਜਿਹੜਾ ਮੁਹਾਵਰਾ ਹੁੰਦਾ, ਤੇ ਮੁਹਾਵਰੇ ਦੇ ਵਿੱਚ ਜਦੋਂ ਨਾਣਾ ਨੰਨਾ ਲੱਗਦਾ ਹੁੰਦਾ ਨਾ, ਤਾਂ ਉਹ ਹਮੇਸ਼ਾ ਅਖੀਰ ਤੇ ਲੱਗਦਾ ਹੈ, ਤੇ ਲੱਗਦਾ ਵੀ ਕਿਰਿਆ ਵਾਲੇ ਸ਼ਬਦ ਨਾਲ। ਜਿਵੇਂ ਇੱਥੇ ਲਿਖਿਆ ਹੈ ਚੌਂਕਾ ਫੇਰ ਦੇਣਾ, ਤੇ ਬਾਕੀ ਵੀ ਸਾਰੇ ਜਿਹੜੇ ਮੁਹਾਵਰਾ ਨੁਮਾ ਹੀ ਲਿਖੇ ਹੋਏ ਨੇ, ਖਤਮ ਕਰਨਾ, ਨਵੀਂ ਸਾਂਝ ਪਾਉਣੀ, ਗੋਹੇ ਗਿੱਲੇ ਨਾਲ ਚੌਂਕਾ ਲਿਪਣਾ, ਘਰ ਵਸਾਉਣਾ, ਇਹਨਾਂ ਸਾਰਿਆਂ ਦੇ ਵਿੱਚ ਕਿਰਿਆਵਾਂ ਨੇ। ਮੁਹਾਵਰੇ ਦੇ ਵਿੱਚ ਕਿਰਿਆ ਆਉਂਦੀ ਹੈ ਅਖੀਰ ਤੇ ਕਿਰਿਆ ਦੇ ਨਾਲ ਨਾਣਾ ਨੰਨਾ ਲੱਗਿਆ ਹੋਊਗਾ। ਅਖਾਣ ਦੇ ਵਿੱਚ ਕਿਰਿਆ ਨਹੀਂ ਆਊਗੀ ਅਖੀਰ ਤੇ, ਜੇ ਕਿਰਿਆ ਆਊਗੀ ਤਾਂ ਉਹ 'ਚ ਨਾਣਾ ਨੰਨਾ ਨਹੀਂ ਲੱਗਿਆ ਹੋਊਗਾ। ਜਿੰਨੇ ਮਰਜ਼ੀ ਮੁਹਾਵਰੇ ਦੇਖ ਲਓ, ਸਿਰ 'ਚ ਗਲੀਆਂ ਕਰਨਾ, ਸਿਰ ਤੇ ਬਿਠਾਉਣਾ, ਹੱਥਾਂ ਤੇ ਚੋਗ ਚਗਾਉਣਾ, ਹੱਥ ਪੀਲੇ ਕਰਨਾ, ਮਗਜ਼ ਖਪਾਈ ਕਰਨੀ, ਕੰਨਾਂ ਦੇ ਜੂਣਾ ਸਰਕਣਾ, ਠੀਕ ਹੈ। ਤਾਂ ਇਹ ਸਾਰੇ ਦੇ ਸਾਰੇ ਜਿਹੜੇ ਮੁਹਾਵਰੇ ਨੇ, ਹੋਣਾ, ਕਰਨਾ, ਮਰਨਾ, ਜਰਨਾ, ਭਰਨਾ, ਨਾਣਾ ਨੰਨਾ ਦੇ ਖਤਮ ਹੁੰਦੇ ਤੇ ਕਿਰਿਆ ਦੇ ਖਤਮ ਹੁੰਦੇ। ਤੇ ਇੱਕ ਤਾਂ ਇਹ ਖਾਣ ਤੇ ਮੁਹਾਵਰੇ ਦਾ ਫਰਕ ਹੈ। ਜਦੋਂ ਅਸੀਂ ਇਸ ਸਵਾਲ ਨੂੰ ਦੇਖਦੇ ਹੈਗੇ ਆ, ਤਾਂ ਇਹ ਸਾਨੂੰ ਪੁੱਛਿਆ ਗਿਆ ਕਿ ਚੌਂਕਾ ਫੇਰ ਦੇਣਾ ਜਿਹੜਾ ਮੁਹਾਵਰਾ, ਇਹਦਾ ਕੀ ਅਰਥ। ਦੇਖੋ ਹੁਣ ਜਿਹੜਾ ਚੌਂਕਾ ਹੁੰਦਾ ਨਾ, ਚੌਂਕਾ ਤਾਂ ਵੈਸੇ ਚੁੱਲ੍ਹੇ ਚੌਂਕੇ ਨੂੰ ਕਹਿੰਦੇ ਨੇ, ਜਿਹੜਾ ਸਾਡੇ ਪਰਿਵਾਰ ਦੇ ਵਿੱਚ ਘਰਾਂ 'ਚ ਜਿੱਥੇ ਰਸੋਈ ਹੁੰਦੀ ਆ, ਰਸੋਈ ਤੋਂ ਬਾਹਰਲਾ ਜਿਹੜਾ ਇੱਕ ਆਂਗਣ ਹੁੰਦਾ, ਜਿੱਥੇ ਖੁੱਲੇ ਦੇ ਵਿੱਚ ਬੈਠ ਕੇ ਔਰਤਾਂ ਜਿਹੜੀਆਂ ਕਹਿ ਲਈਏ ਇੱਕ ਕੰਧੂੜੀ ਦੇ ਆਸੇ-ਪਾਸੇ ਜਿਹੜਾ ਚੁੱਲ੍ਹਾ ਬਾਲ ਕੇ ਤੇ ਉੱਥੇ ਲੰਗਰ ਪਾਣੀ ਆਪਣਾ ਬਣਾਉਂਦੀਆਂ। ਪਰ ਚੌਂਕਾ ਜਿਹੜਾ ਹੈਗਾ ਉਹ ਚੌਂਕੇ ਚੜ੍ਹਨਾ, ਚੌਂਕੇ ਪੈਣਾ ਮੁਹਾਵਰਾ ਵੀ ਇਹ ਚੌਂਕੇ ਚੜ੍ਹਨਾ ਇੱਕ ਜਿਹੜਾ ਪੋਜ਼ਿਟਿਵ ਹੈਗਾ, ਚੌਂਕੇ ਪੈਣਾ ਹੁੰਦਾ ਕਿ ਖਤਮ ਹੋ ਗਿਆ ਸਾਰਾ ਕੁਝ, ਗੜਬੜ ਹੋ ਗਈ। ਇਸ ਤਰ੍ਹਾਂ ਚੌਂਕਾ ਫੇਰ ਦੇਣਾ ਸ਼ਬਦ ਆ ਨਾ, ਇਹਦਾ ਮਤਲਬ ਹੀ ਹੈਗਾ ਖਤਮ ਕਰ ਦੇਣਾ, ਕਿ ਚੌਂਕਾ ਹੀ ਫੇਰ ਦਿਓ, ਮਤਲਬ ਕਿ ਤਮਾਸ਼ਾ ਜੋ ਕੰਮ ਉਹ ਨਿਬੇੜ ਦਿਓ, ਸਬੰਧ ਤੋੜ ਦਿਓ, ਠੀਕ ਹੈ। ਇਸ ਕਰਕੇ ਚੌਂਕਾ ਫੇਰਨ ਦਾ ਜਿਹੜਾ ਮਤਲਬ ਹੈਗਾ ਉਹ ਹੈਗਾ ਖਤਮ ਕਰਨਾ। ਤਾਂ ਮੈਂ ਦੁਬਾਰਾ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇ ਦਿਆਂ ਕਿ ਜਿਹੜਾ 141 ਹੈ, ਪਤੰਗ ਦਾ ਸਮਾਨਾਰਥਕ ਨਹੀਂ ਹੈਗਾ, ਦਰਵਾਜ਼ੇ ਦੀ ਕੁੰਡੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਸਵਾਲ ਸਹੀ ਜਵਾਬ ਸਹੀ 141 ਦਾ A। 142 ਅਗੇਤਰ ਨਾਲ ਸੰਬੰਧਿਤ, ਅਪਾਹਜ ਦਾ ਅਗੇਤਰ ਨਾਲ ਕੋਈ ਸੰਬੰਧ ਨਹੀਂ ਹੈ, B ਜਿਹੜਾ ਜਵਾਬ ਸਹੀ ਹੈ। ਜਥਾ ਹੈਗਾ ਜਿਹੜਾ ਉਹ ਇਕੱਠਵਾਚਕ ਨਾਮ ਹੈ, ਜਿਹੜਾ ਇਹ ਜਮਾਤ ਵਿੱਚ ਅਕਸਰ ਸ਼ਰਾਰਤਾਂ ਕਰਦਾ ਰਹਿੰਦਾ, ਇਹ ਸ਼ਬਦ ਹੈਗਾ ਇਹ ਪੁਰਖਵਾਚੀ ਪੜਨਾਮ ਹੈ। ਜਿਹੜਾ ਚੜ੍ਹਦਾ ਰਿਹਾ ਕਿਰਿਆ ਦੇ ਦੋ ਰੂਪ ਨੇ, ਇਹਦੇ ਵਿੱਚੋਂ ਇੱਕ ਮੁੱਖ ਕਿਰਿਆ ਤੇ ਇੱਕ ਗਤੀਸ਼ੀਲ ਸੰਚਾਲਕ ਕਿਰਿਆ, ਭਾਵ 145 ਦਾ ਜਵਾਬ A ਹੈ। 146 ਦਾ ਜਵਾਬ ਹੈਗਾ C ਆਮੋ ਸਾਹਮਣੇ, ਠੀਕ ਹੈ, ਕਿਉਂਕਿ ਇਹ ਕਿਰਿਆ ਵਿਸ਼ੇਸ਼ਣ ਹੈ। ਤੇ ਇਸੇ ਤਰ੍ਹਾਂ ਜਿਹੜਾ 147 ਹੈ ਉਹਦਾ ਜਵਾਬ ਹੈਗਾ ਨਿਸ਼ਚਿਤ ਸੰਖਿਆਵਾਚਕ। ਉਸ ਤੋਂ ਬਾਅਦ 148 ਦਾ ਜਵਾਬ ਹੈਗਾ ਢੇਰ ਸਾਰਾ C। 149 ਦਾ ਜਵਾਬ ਹੈ B। 150 ਦਾ ਜਵਾਬ ਹੈ A। ਤਾਂ ਇਹ ਕੁਝ ਸਵਾਲ ਨੇ, ਇਹ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ TGT ਤੇ JBT ਦਾ ਜਿਹੜਾ ਸਪੈਸ਼ਲ ਐਜੂਕੇਟਰ ਦਾ ਤੁਹਾਡਾ ਪੇਪਰ ਹੋਣਾ, ਉਹਦੇ ਵਿੱਚ ਕਿਸ ਤਰ੍ਹਾਂ ਦੇ ਪੰਜਾਬੀ ਦੇ ਸਵਾਲ ਰਹਿਣਗੇ। ਤਾਂ ਮੈਂ ਤੁਹਾਨੂੰ ਅਖੀਰ ਤੇ ਦੱਸਣਾ ਚਾਹਣਾ ਵਿਦਿਆਰਥੀਓ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਜਿਹੜੀ ਉਹ ਵਿਆਕਰਨ ਹੈ ਉਹ ਕੰਪੀਟੀਟਿਵ ਲੈਵਲ ਤੇ ਪੜ੍ਹਾ ਰਿਹਾ ਹੈਗਾ ਪੰਜਾਬ ਦੇ ਵਿੱਚ। ਭਾਵੇਂ ਉਹ ਕਿਸੇ ਵਿਦਿਆਰਥੀ ਨੇ ਪਟਵਾਰੀ ਲੱਗਣਾ, ਭਾਵੇਂ ਜਿਹੜਾ ਕਹਿ ਲਈਏ ਕਿਸੇ ਨੇ ਐਕਸਾਈਜ਼ ਇੰਸਪੈਕਟਰ ਲੱਗਣਾ, ਕਲਰਕ ਲੱਗਣਾ, ਪੁਲਿਸ 'ਚ ਭਰਤੀ ਹੋਣਾ, ਕਿਸੇ ਵੀ ਮਹਿਕਮੇ 'ਚ ਭਰਤੀ ਹੋਣਾ, ਜਿਹੜੀ C ਤੇ D ਗ੍ਰੇਡ ਦੀ ਪੋਸਟ ਆ ਉਹਨਾਂ ਨੂੰ ਪੰਜਾਬੀ ਪੇਪਰ ਦੇਣਾ ਲਾਜ਼ਮੀ ਹੈ। ਤੇ ਉਹ ਵਿਦਿਆਰਥੀਆਂ ਨੂੰ ਪੰਜਾਬੀ ਵਿਆਕਰਨ ਪੜ੍ਹਨੀ ਪੈਂਦੀ ਹੈ। ਤਾਂ ਪਹਿਲਾਂ ਵੀ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ, ਰਾਜਸਥਾਨ ਦੇ ਵਿਦਿਆਰਥੀਆਂ ਨੂੰ ਤੇ ਹਰਿਆਣੇ ਦੇ ਵਿਦਿਆਰਥੀ ਜਿਹੜੇ HTET ਦਾ ਪੇਪਰ ਦਿੰਦੇ ਉਹਨਾਂ ਨੂੰ ਵਿਆਕਰਨ ਮੈਂ ਪੜ੍ਹਾ ਚੁੱਕਿਆ, ਤੇ ਉਹ ਹਰ ਵਾਰੀ ਚੰਗੇ ਨੰਬਰ ਲੈ ਕੇ ਆਪਣਾ ਪੇਪਰ ਕੁਆਲੀਫਾਈ ਕਰ ਲੈਂਦੇ ਆ। ਤੇ ਹਾਂ, ਬਹੁਤ ਸਾਰੇ ਵਿਦਿਆਰਥੀ ਉਹ ਵੀ ਨੇ ਜਿਨ੍ਹਾਂ ਨੇ PSTET ਦਾ ਪੇਪਰ ਜਾਂ CTET ਦਾ ਪੇਪਰ ਪੰਜਾਬੀ ਵਿਆਕਰਨ ਦੇ ਸਿਰ ਤੇ ਪਾਸ ਕਰ ਲਿਆ, ਕਿਉਂਕਿ ਕਈ ਵਾਰੀ SST ਜਾਂ ਮੈਥ ਦਾ ਪੇਪਰ ਕਈ ਵਾਰੀ ਟਫ ਆ ਜਾਂਦਾ, ਤਾਂ ਉਹ ਵਿਆਕਰਨ ਦੇ ਵਿੱਚੋਂ ਪੰਜਾਬੀ ਦੇ ਵਿੱਚ ਨੰਬਰ ਜ਼ਿਆਦਾ ਅੱਛੇ ਲੈ ਜਾਂਦੇ ਤੇ ਉਹ ਕੁਆਲੀਫਾਈ ਕਰ ਲੈਂਦੇ। ਇਸ ਕਰਕੇ ਇਹ ਜਿਹੜੇ 10 ਨੰਬਰ ਆ ਨਾ, ਇਹ 10 ਨੰਬਰ ਤੁਹਾਡੇ ਲਈ ਬਹੁਤ ਹੀ ਅਹਿਮ ਨੇ। ਇਹ 10 ਨੰਬਰ ਤੁਹਾਨੂੰ ਨੌਕਰੀ ਦਿਵਾ ਸਕਦੇ ਨੇ, ਕਿਉਂਕਿ ਇਹ 10 ਨੰਬਰ ਤੁਸੀਂ ਸਿਰਫ 8-10 ਕਲਾਸਾਂ ਦੇ ਵਿੱਚ, ਸਿਰਫ 8-10 ਕਲਾਸਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਪੱਕੇ ਕਰ ਸਕਦੇ ਹੋ। ਜ਼ਿਆਦਾ ਨਹੀਂ ਹੈਗਾ, ਹਜੇ ਕੋਲ ਤੁਹਾਡਾ ਟਾਈਮ ਵੀ ਹੈਗਾ, ਹਲੇ ਕੋਈ ਪੇਪਰ ਦੀ ਡੇਟ ਵੀ ਨਹੀਂ ਆਈ ਹੈਗੀ, ਬਾਕੀ ਵੀ ਸਿਲੇਬਸ ਤੁਹਾਡਾ ਨਾਲ ਚੱਲਦਾ ਪਿਆ। ਤਾਂ ਇਹਨਾਂ 10 ਸਵਾਲਾਂ ਨੂੰ ਸਿਰਫ ਤੁਸੀਂ 8-10 ਕਲਾਸਾਂ ਵਿੱਚ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਜਿਹੜਾ ਉਹ ਕੰਪਲੀਟ ਕਰ ਸਕਦੇ ਹੋ, ਜਿਹੜੇ ਨੰਬਰ ਆਪਣੇ ਪੱਕੇ ਕਰ ਸਕਦੇ ਹੋ। ਤਾਂ ਇਹ ਤੁਹਾਡੀ ਮੈਰਿਟ ਦੇ ਵਿੱਚ ਪੂਰਾ ਹਿੱਸਾ ਪਾਉਣਗੇ, ਯੋਗਦਾਨ ਪਾਉਣਗੇ। ਤੇ ਜਿਹੜੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਡਰ ਹੈ ਕਿ ਸਾਡਾ ਪੰਜਾਬੀ ਦਾ ਬੈਕਗ੍ਰਾਉਂਡ ਨਹੀਂ, ਉਹ ਇਸ ਗੱਲ ਦੀ ਚਿੰਤਾ ਛੱਡ ਦਿਓ। ਤੁਸੀਂ ਜਿਹੜਾ ਸਾਡੇ ਅਚੀਵਰਸ ਅਕੈਡਮੀ
ਦੇ YouTube ਚੈਨਲ ਨਾਲ ਜੁੜੋ ਤੇ ਤੁਸੀਂ ਅਚੀਵਰਸ ਅਕੈਡਮੀ ਦੇ ਨਾਲ ਸੰਪਰਕ ਕਰੋ। ਆਲਰੇਡੀ ਜਿਹੜਾ ਬੈਚ ਚੱਲਦਾ ਪਿਆ, ਠੀਕ ਹੈ, ਉੱਥੇ ਸਾਰੀਆਂ ਵੀਡੀਓਜ਼ ਤੇ ਸਾਰੇ ਲੈਕਚਰ ਜਿਹੜੇ ਉਹ ਅਵੇਲੇਬਲ ਹੋਣਗੇ। ਤਾਂ ਉਮੀਦ ਹੈ ਕਿ ਜੋ ਆਪਾਂ ਪੇਪਰ ਦੀ ਇਵੈਲੂਏਸ਼ਨ ਕੀਤੀ ਆ ਉਹ ਤੁਹਾਨੂੰ ਪਸੰਦ ਆਈ ਹੋਊਗੀ ਤੇ ਤੁਹਾਡੇ ਮਨ ਦੇ ਵਿੱਚੋਂ ਵਿਆਕਰਨ ਦੇ ਲਈ ਜਿਹੜਾ ਇੱਕ ਕਿਸਮ ਦਾ ਡਰ ਜਾਂ ਸ਼ੰਕਾ ਉਹ ਵੀ ਦੂਰ ਹੋਇਆ ਹੋਊਗਾ ਤੇ ਥੋੜਾ ਤੁਸੀਂ ਜਿਹੜਾ ਹੌਸਲੇ ਚ ਆਏ ਹੋਵੋਗੇ ਤੇ ਪੜ੍ਹਨ ਲਈ ਜਿਹੜਾ ਮੋਟੀਵੇਟ ਹੋਏ ਹੋਵੋਗੇ, ਤਤਪਰ ਹੋਏ ਹੋਵੋਗੇ। ਉਮੀਦ ਹੈ ਕਿ ਤੁਸੀਂ ਧਿਆਨ ਨਾਲ ਪੜ੍ਹੋਗੇ ਤੇ ਚੰਗੇ ਨੰਬਰ ਲਾਓਗੇ। ਤੁਹਾਡੀ ਨੌਕਰੀ ਦੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ। ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਠੀਕ ਹੈ। ਤੁਹਾਡੀ ਨੌਕਰੀ ਲਈ ਅਸੀਂ ਹਮੇਸ਼ਾ ਦੁਆ ਕਰਦੇ ਹਾਂ। ਸਾਡੀਆਂ ਦੁਆਵਾਂ ਜਾਂ ਸਾਡਾ ਕੰਮ ਫੇਰ ਹੀ ਜਿਹੜਾ ਕਹਿ ਦਈਏ ਸਫਲ ਹੋਊਗਾ ਸਾਡਾ ਕੰਮ, ਜੇ ਘਰਾਂ ਦੇ ਚਿਰਾਗ ਬਲਣਗੇ, ਘਰਾਂ ਦੇ ਵਿੱਚ ਨੌਜਵਾਨਾਂ ਨੂੰ, ਨੌਜਵਾਨ ਕੁੜੀਆਂ ਮੁੰਡੇ ਨੌਕਰੀਆਂ ਮਿਲਣਗੀਆਂ, ਉਹ ਆਪਣੇ ਰਾਹ ਦੇ ਉੱਪਰ ਚੱਲਣਗੇ, ਮੰਜ਼ਿਲ ਦੇ ਪਹੁੰਚਣਗੇ। ਤਾਂ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।